ਪੰਜਾਬੀ ਆਡੀਓ ਬੁੱਕ ਸੁਣ ਰਹੇ ਸਾਰੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਿੱਖ ਵੀ ਨਿਕਲਿਆ ਗਿਆ ਭਾਗ 10ਵਾਂ। ਅੰਗਰੇਜ਼ ਦਾ ਰਾਜ ਹਿੰਦੂ ਰਾਜ ਨਾਲੋਂ ਕਿਤੇ ਚੰਗਾ ਸੀ। ਅੰਗਰੇਜ਼ ਬਹੁਤ ਸਿਆਣੀ ਤੇ ਸਮਰਪਿਤ ਕੌਮ ਹੈ। ਉਹਨਾਂ ਦੇ ਬਹਾਦਰ ਹੋਣ ਬਾਰੇ ਕੋਈ ਸ਼ੱਕ ਜਾਂ ਸ਼ੁਭਾ ਤਾਂ ਇਸ ਕਰਕੇ ਵੀ ਨਹੀਂ ਰਹਿੰਦਾ ਕਿ ਉਹਨਾਂ ਨੇ ਸਾਰੀ ਦੁਨੀਆ ਤੇ ਰਾਜ ਕੀਤਾ ਹੈ। ਉਹਨਾਂ ਦੀ ਬਹਾਦਰੀ ਤੇ ਚੰਗੀ ਖੁਰਾਕ ਤੋਂ ਪ੍ਰਭਾਵਿਤ ਹੋ ਕੇ ਹੀ ਪੰਜਾਬ ਦੀਆਂ ਕੁੜੀਆਂ ਨੇ ਬੋਲੀ ਪਾਈ ਹੋਵੇਗੀ, ਜੱਟਾਂ ਨੇ ਕੀ ਲੜਨਾ ਜਿਹੜੇ ਛੰਨਾ ਖਾਂਦੇ ਸਾਗ ਦਾ, ਲੜਨ ਫਰੰਗੀ ਸੂਰਮੇ ਜਿਹੜੇ ਮੇਵਾ ਖਾਂਦੇ ਬਾਗ ਦਾ। ਕਿਸੇ ਨੇ ਇੱਕ ਸਿਆਣੇ ਬੰਦੇ ਨੂੰ ਪੁੱਛਿਆ, ਜੇ ਕਿਸੇ ਯੂਰਪੀਅਨ ਦੇਸ਼ ਦਾ ਗੋਰਾ, ਅਮਰੀਕਨ ਗੋਰਾ ਤੇ ਬਰਤਾਨੀਆ ਦਾ ਗੋਰਾ ਪਛਾਣਨਾ ਹੋਵੇ ਤਾਂ ਕਿਵੇਂ ਪਛਾਣਿਆ ਜਾ ਸਕਦਾ ਹੈ? ਦੂਸਰੇ ਵਿਅਕਤੀ ਨੇ ਕਿਹਾ, ਇਸ ਤਰ੍ਹਾਂ ਵੇਖਣ ਤੋਂ ਤਾਂ ਪਤਾ ਨਹੀਂ ਲੱਗਣਾ, ਪਰ ਮੈਂ ਇੱਕ ਹੋਰ ਤਰੀਕੇ ਨਾਲ ਪਤਾ ਲਾ ਸਕਦਾ ਹਾਂ। ਉਹਨੇ ਆਪਣਾ ਹੈਟ ਲਾ ਕੇ ਸੜਕ ਦੇ ਵਿਚਕਾਰ ਇੱਕ ਇੱਟ ਤੇ ਰੱਖ ਦਿੱਤਾ। ਪਹਿਲਾਂ ਇੱਕ ਗੋਰਾ ਆਇਆ ਜੋ ਕਿਸੇ ਯੂਰਪੀਅਨ ਦੇਸ਼ ਦਾ ਸੀ। ਉਸਨੇ ਹੈਟ ਸਮੇਤ ਇੱਟ ਨੂੰ ਠੁੱਡ ਮਾਰਿਆ, ਪੈਰ ਭਨਾਇਆ, ਥੋੜਾ ਚਿਰ ਪੀੜ ਦਾ ਅਨੁਭਵ ਕੀਤਾ ਤੇ ਚਲਾ ਗਿਆ। ਉਸ ਬੰਦੇ ਨੇ ਹੈਟ ਫਿਰ ਇੱਟ ਤੇ ਰੱਖ ਦਿੱਤਾ ਤੇ ਕਿਹਾ, ਇਹ ਰੂਸੀ ਲੱਗਦਾ ਹੈ। ਦੂਜਾ ਗੋਰਾ ਆਇਆ, ਉਹਨੇ ਸਿਰਫ ਉਤਲੇ ਹੈਟ ਨੂੰ ਠੁੱਡ ਮਾਰਿਆ, ਹੈਟ ਪਰਾਂ ਜਾ ਕੇ ਡਿੱਗਾ ਤੇ ਉਹ ਹੱਸਦਾ ਹੱਸਦਾ ਆਪਣੇ ਰਾਹ ਚਲਾ ਗਿਆ। ਇਹ ਅਮਰੀਕਨ ਸੀ। ਤੀਸਰਾ ਬੰਦਾ ਆਇਆ ਤਾਂ ਉਹਨੇ ਪਹਿਲਾਂ ਆਲਾ ਦੁਆਲਾ ਵੇਖਿਆ, ਫਿਰ ਉਹਨੇ ਆਪਣੇ ਸਿਰ ਤੋਂ ਲਾ ਕੇ ਆਪਣਾ ਹੈਟ ਵੇਖਿਆ ਜੋ ਮੋਰੀਆਂ ਨਾਲ ਭਰਿਆ ਪਿਆ ਸੀ। ਫਿਰ ਉਸਨੇ ਇੱਟ ਵਾਲਾ ਹੈਟ ਧਿਆਨ ਨਾਲ ਵੇਖਿਆ ਜੋ ਨਵਾਂ ਨਕੌਰ ਸੀ। ਉਸਨੇ ਇੱਟ ਵਾਲਾ ਹੈਟ ਚੁੱਕ ਕੇ ਆਪਣੇ ਸਿਰ ਤੇ ਰੱਖ ਲਿਆ ਤੇ ਆਪਣੇ ਵਾਲਾ ਪਾਟਾ ਪੁਰਾਣਾ ਹੈਟ ਇੱਟ ਤੇ ਰੱਖ ਕੇ ਆਪਣੇ ਰਾਹ ਚਲਾ ਗਿਆ। ਇਹ ਗੋਰਾ ਅੰਗਰੇਜ਼ ਬਰਤਾਨਵੀ ਸੀ। ਅਫਰੀਕਾ ਦੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਵਿਅਕਤੀ ਮਿਸਟਰ ਲਿਓ ਨੇ ਇੱਕ ਵਾਰ ਕਿਹਾ ਸੀ ਕਿ ਜਦੋਂ ਅੰਗਰੇਜ਼ ਈਸਾਈ ਮਿਸ਼ਨਰੀ ਅਫਰੀਕਾ ਆਏ ਤਾਂ ਉਹਨਾਂ ਕੋਲ ਸਿਰਫ ਇੱਕ ਕਿਤਾਬ ਸੀ ਤੇ ਅਸੀਂ ਸੈਂਕੜੇ ਏਕੜ ਜ਼ਮੀਨਾਂ ਦੇ ਮਾਲਕ ਸਾਂ। ਸਾਨੂੰ ਉਹਨਾਂ ਆਖਿਆ, ਆਓ ਅੱਖਾਂ ਬੰਦ ਕਰਕੇ ਪਰਮਾਤਮਾ ਅੱਗੇ ਪ੍ਰਾਰਥਨਾ ਕਰੀਏ। ਅਸੀਂ ਮੰਨ ਗਏ ਤੇ ਅੱਖਾਂ ਮੀਟ ਕੇ ਪ੍ਰਾਰਥਨਾ ਕਰਨ ਲੱਗ ਪਏ। ਜਦੋਂ ਅਸੀਂ ਅੱਖਾਂ ਖੋਲ੍ਹੀਆਂ ਤਾਂ ਉਹ ਕਿਤਾਬ ਸਾਡੇ ਹੱਥ ਸੀ ਤੇ ਜ਼ਮੀਨਾਂ ਉਹਨਾਂ ਕੋਲ ਜਿਨ੍ਹਾਂ ਕੋਲ ਪਹਿਲਾਂ ਕਿਤਾਬ ਸੀ। ਇਹ ਇੱਕ ਵਪਾਰੀ ਕੌਮ ਹੈ ਤੇ ਇਹਨਾਂ ਦੀ ਸੋਚ ਭਾਰਤ ਦੇ ਬਾਣੀਆਂ ਤੇ ਮੁਸਲਮਾਨਾਂ ਦੇ ਖੋਜਿਆਂ ਵਰਗੀ ਹੈ। ਇਸੇ ਕਰਕੇ ਹੀ ਅੰਗਰੇਜ਼ਾਂ ਦੀ ਮਹਾਤਮਾ ਗਾਂਧੀ ਨਾਲ ਬਹੁਤ ਬਣਦੀ ਸੀ। ਮਹਾਤਮਾ ਗਾਂਧੀ ਦੀ ਬਾਣੀਆਂ ਬੁੱਧੀ ਅੰਗਰੇਜ਼ਾਂ ਨੂੰ ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਸੀ ਪਹੁੰਚਾਉਂਦੀ। ਇਸੇ ਲਈ ਹੀ ਅੰਗਰੇਜ਼ ਨੇ ਵੀ ਗਾਂਧੀ ਨੂੰ ਬਹੁਤ ਸੰਭਾਲ ਕੇ ਰੱਖਿਆ। ਗਾਂਧੀ ਆਪਣੀ ਅਹਿੰਸਾ ਦੀ ਨੀਤੀ ਨਾਲ ਅੰਗਰੇਜ਼ਾਂ ਦੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਸਮਰਪਿਤ ਸੀ ਤੇ ਅੰਗਰੇਜ਼ ਗਾਂਧੀ ਨਾਲ ਬੇਹੱਦ ਨਰਮੀ ਵਰਤਦੇ ਸਨ। ਦੋਹਾਂ ਦਾ ਜੋੜ ਬੜਾ ਬੇਮਿਸਾਲ ਸੀ। ਅੰਗਰੇਜ਼ਾਂ ਨੇ ਜਦੋਂ ਲੂਣ ਉੱਤੇ 1 ਪੈਸਾ ਪ੍ਰਤੀ ਮਣ ਟੈਕਸ ਲਾਇਆ ਤਾਂ ਗਾਂਧੀ ਨੇ ਆਪਣੀ ਆਦਤ ਜਾਂ ਨੀਤੀ ਅਨੁਸਾਰ ਸੱਤਿਆਗ੍ਰਹਿ ਸ਼ੁਰੂ ਕਰ ਦਿੱਤਾ ਤੇ ਐਲਾਨ ਕਰ ਦਿੱਤਾ ਕਿ ਅਸੀਂ ਬਗੈਰ ਟੈਕਸ ਦਿੱਤੇ ਤੋਂ ਹੀ ਲੂਣ ਬਣਾਵਾਂਗੇ। ਜੇ ਸਰਕਾਰ ਸਾਨੂੰ ਫੜੇ ਤਾਂ ਅਸੀਂ ਜੇਲਾਂ ਭਰਾਂਗੇ। ਲੋਕ ਵਿਚਾਰੇ ਤਾਂ ਸਾਥ ਦੇਣ ਲਈ ਆ ਹੀ ਜਾਂਦੇ ਹਨ। ਨਾਲੇ ਜਿੱਥੇ ਗੋਲੀ ਲਾਠੀ ਦਾ ਕੋਈ ਡਰ ਨਾ ਹੋਵੇ ਉੱਥੇ ਤਾਂ ਆਮ ਜਨਤਾ ਝੱਟ ਅੰਦੋਲਨ ਵਿੱਚ ਕੁੱਦ ਪੈਂਦੀ ਹੈ। ਗਾਂਧੀਵਾਦੀ ਇੱਕ ਪਤੀਲਾ ਲੈਂਦੇ, ਉੱਥੇ ਹੀ ਸਮੁੰਦਰ ਕਿਨਾਰੇ ਕੱਚਾ ਚੁੱਲ੍ਹਾ ਬਣਾ ਕੇ ਪਤੀਲੇ ਵਿੱਚ ਸਮੁੰਦਰ ਦਾ ਪਾਣੀ ਪਾ ਕੇ ਥੱਲੇ ਅੱਗ ਬਾਲ ਦਿੰਦੇ। ਪਾਣੀ ਸੁੱਕ ਕੇ ਜਦੋਂ ਪਤੀਲੇ ਵਿੱਚ ਲੂਣ ਬਣ ਜਾਂਦਾ ਉਦੋਂ ਤੱਕ ਪੁਲਿਸ ਚੁੱਪਚਾਪ ਖਲੋਤੀ ਵੇਖਦੀ ਰਹਿੰਦੀ। ਜਦੋਂ ਸੱਤਿਆਗ੍ਰਹੀ ਲੂਣ ਨੂੰ ਹੱਥ ਤੇ ਪਾ ਲੈਂਦੇ ਤਾਂ ਉਹ ਆ ਕੇ ਗ੍ਰਿਫਤਾਰ ਕਰ ਲੈਂਦੇ। ਇਹ ਸੀ ਉਹ ਮੰਤਰ ਜਿਸ ਕਰਕੇ ਗਾਂਧੀਵਾਦੀਆਂ ਨੇ ਗਾਣਾ ਤਿਆਰ ਕਰ ਲਿਆ, ਸਾਬਰਮਤੀ ਕੇ ਸੰਤ ਤੂਨੇ ਕਰ ਦਿਆ ਕਮਾਲ, ਲੈ ਦੀ ਹਮੇ ਆਜ਼ਾਦੀ ਬਿਨਾ ਖੜਗ ਬਿਨਾ ਢਾਲ। ਦੱਸੋ ਅੰਗਰੇਜ਼ ਗਾਂਧੀ ਨੂੰ ਕਿਉਂ ਨੁਕਸਾਨ ਪਹੁੰਚਾਉਂਦੇ? ਜੇ ਅੰਗਰੇਜ਼ਾਂ ਨੇ ਉਹਨੂੰ ਕੋਈ ਨੁਕਸਾਨ ਪਹੁੰਚਾਉਣਾ ਹੁੰਦਾ ਤਾਂ ਉਹ ਸਿਰਫ ਇੱਕ ਚਪੇੜ ਦੀ ਮਾਰ ਸੀ। ਅੰਗਰੇਜ਼ਾਂ ਨੇ ਉਹਨੂੰ ਇੱਥੋਂ ਤੱਕ ਭੂਏ ਚੜਾਇਆ ਹੋਇਆ ਸੀ ਕਿ ਹਰ ਚੌਥੇ 6ਵੇਂ ਮਹੀਨੇ ਉਹਨੂੰ ਗੱਲਬਾਤ ਕਰਨ ਲਈ ਬੁਲਾਈ ਰੱਖਦੇ ਤਾਂ ਕਿ ਲੋਕਾਂ ਵਿੱਚ ਉਹਦੀ ਸਾਖ ਬਣੀ ਰਹੇ। ਕਹਿੰਦੇ ਹਨ ਇੱਕ ਵਾਰ ਗਾਂਧੀ ਦੇ ਆਸ਼ਰਮ ਵਿੱਚ ਇੱਕ ਜ਼ਰੂਰੀ ਮੀਟਿੰਗ ਰੱਖੀ ਗਈ ਜਿਸ ਵਿੱਚ ਜਵਾਹਰ ਲਾਲ ਨਹਿਰੂ, ਮੌਲਾਨਾ ਆਜ਼ਾਦ,
राजिंदर प्रसाद ते होर कई चोटी दे लीडर बुलाए गए। मीटिंग चल रही सी ते बड़े गंभीर मुद्दिआं ते विचारां हो रहीआं सन कि गांधी जी उठे ते कहण लगे, तुसीं गलबात करो, मैं जरा बकरी दी लत्त ते मिट्टी ला आवां, कल छिल्ली गई सी। गांधी जी मिट्टी लाउण चले गए तां नेहरू जी नूं बहुत गुस्सा आया। कहंदे हन नेहरू जी इंने खफा हो गए कि उन्हां ने प्रतिज्ञा कर सुट्टी कि हुण मैं कदे भी इहो जिहे बंदे दे सद्दे ते किसी मीटिंग विच नहीं जावांगा जिहड़ा देश नालों बकरी दी लत्त दा बहुता ध्यान रखदा होवे। पर सारियां लीडरां ने यह कह के नेहरू नूं शांत कर लिया कि गांधी जी एक महात्मा हन ते महात्मा लोग अपने ही ढंग नाल सोचदे हन। आम हिंदुस्तानियों नूं अंग्रेज़ां दा कई गल्लां करके शुक्रगुजार होना चाहिदा है। उन्हां ने सारे हिंदुस्तान नूं डंडे नाल इकट्ठा कीता तां ही अज हिंदू लीडर कश्मीर अते नागालैंड नूं देश दा अटुੱਟ अंग कहण जोगे होए हन। नहीं तां अंग्रेज़ां दे आउण तों पहिलां भारत 600 ਤੋਂ भी ਵੱਧ रियासतां विच वंडिया पिया सी। कोई एक दूजे नूं जाणदा तक नहीं सी। मिजोरम समस्या ते जदों लाल डेंगा ते भारत विचकार गलबात नाल मसला हल करन दी गल चली तां भारती प्रतिनिध घड़ी मुड़ी यह ही आखण, भारत दे संविधान दे दायरे विच गल करो, कश्मीर तो लैके कन्याकुमारी तक साडा देश इकट्ठा है, साडा सभ्याचार, साडे त्योहार सब इकट्ठे हन, वखरे होण दी तां गल ही ना छेड़ो। पहलां तां लाल डेंगा यह यबलियां सुनदा रहा, फिर उसने कहा, गल सुनो ओए वड्डे सभ्याचार वालिओ, यह दसो तुहाडा ते साडा सभ्याचार किवें इक है। घंटा हो गया है तुहानू चबड़ चबड़ करदिआं नूं ते मैनू सुणदिआं नूं। तुसीं एक एक भारती 10-10 कपड़े पा के अपना शरीर ढकदे हो ते सानू अल्फ नंगे रह के मज़ा आउंदा है। वध तो वध एक पत्ता अगे ते एक पत्ता पिछे बन के साडा नंगेज ढकिया जांदा है। तुहाडीआं जनानियां अपणीआं छातियां ढक ढक के रखदिआं हन, पर साडीआं नूं ढकन लग्गिआं शर्म आउंदी है। रही त्योहारां दी गल तां सानू तां इह भी नहीं पता कि दिवाली ते दुशहरा किस बला दा नां है, लोहड़ी ते होली कादे नाल खाईदी है, फिर सानू इक्को रस्से नाल बन के अपने नाल क्यों रखदे हो? सिर्फ फौज दे जोर करके सानू गुलाम बना के रख छड्डिआ जे। अखे भारत दे संविधान विच रह के गल करो, यह दसो भई इहनूं असां बनाया है कि साडी सलाह नाल बनिया है जिहड़ा असीं इहदे दायरे विच रहीए। तुहाडा संविधान है ते तुसां अपनी मर्जी नाल सानू गुलाम रखण लई इहनूं जाण बुੱਝ के बनाया है। जाओ दफा हो जाओ, मैं तुहाडे नाल कोई गल नहीं करनी। ते ओह इंग्लैंड दे भेजे होए जहाज़ ते ही वापस चला गया। पंजाबियों नूं अंग्रेज़ां दे इस करके भी शुक्रगुजार होना चाहिदा है कि उन्हां ने बकायदा कानून बना के जमदियां कुड़ियां मारन ते रोक लाई। एक मिनट दी जम्मी कुड़ी नूं भी कोई मार देवे तां कानून दी धारा 302 ला के फांसी जां उम्र कैद दी सज़ा हुंदी सी। नहीं तां अंग्रेज़ां दे आउण तों पहिलां तां जमदियां कुड़ियां नूं मारन लई दाइयां नियाणा जम्मण तो पहिलां ही अक दा दुੱਧ दीवे विच इकट्ठा करके रूह दी वट्टी पा के तैयार रखदियां सन। उधरों कुड़ी जमदी ते इधरों अक दे दुੱਧ वाले दीवे दी वट्टी झुका के कुड़ी मार दित्ती जांदी। फिर दाई ने बाहर जाके कहना, गुड्डी होई सी पर नकरमी मरी होई ई जम्मी। इत्थों ही पंजाबी दी कहावत बनी है, कुड़ी जम्मी हड्ड छुट्टे, क्योंकि जम्मण वाली मां नूं पता हुंदा सी कि सिर्फ परसूत पीड़ा ही सहणियां पैणियां हन, पालण दी मेहनत नहीं करनी पैणी। अंग्रेज़ां दे आउण तों पहिलां पंजाब विच मर्दां दे मुकाबले औरतां दी गिणती बहुत घट सी, तां ही तां जट कल देसना मुल लिआउंदे सन। यह कहावत भी मशहूर सी कि जट नूं अपनी नानी दा नां नहीं पता हुंदा। बंगालन, बिहारन ते यूपी वाली कल देसन दा नां लैंदिआं उदां भी शर्म आउंदी सी। दूजियां जातां वट्टे सट्टे दा साक कर लैंदियां सन, पर जट वट्टा सट्टा नहीं सन करदे। जां तीवीं मुल लिआउंदे सन जां 5-6 भरावां दी इक्को ही हुंदी सी। यह गल भी बड़ी मशहूर है कि एक बार एक नूह ने सस नूं पुछया, बेबे मैनू कई दिन हो गए हन मुकलावे आई नूं, पर मैनू ये नहीं समझ लगी कि मेरे घर वाला किहड़ा है।
ਸੱਸ ਨੇ ਕਿਹਾ, ਧੀਏ ਮੈਂ ਬੁੱਢੀ ਹੋ ਗਈ ਆਂ, ਅਜੇ ਤੱਕ ਮੈਨੂੰ ਪਤਾ ਨਹੀਂ ਲੱਗਾ, ਤੈਨੂੰ ਐਡੀ ਛੇਤੀ ਕਿੱਥੋਂ ਪਤਾ ਲੱਗ ਜਾਣਾ ਸੀ। ਸਤੀ ਪ੍ਰਥਾ ਦਾ ਜਦੋਂ ਅੰਗਰੇਜ਼ਾਂ ਨੂੰ ਪਤਾ ਲੱਗਾ ਕਿ ਇੱਥੇ ਧਾਰਮਿਕ ਰਸਮ ਤਹਿਤ ਵਾਜਿਆਂ ਗਾਜਿਆਂ ਤੇ ਢੋਲ ਢਮਕੇ ਤੇ ਪੀਪਣੀਆਂ ਦੀ ਕੰਨ ਪਾੜਵੀਆਂ ਆਵਾਜ਼ਾਂ ਵਿੱਚ ਇੱਕ ਫੁੱਲ ਵਰਗੀ ਸੱਜ ਵਿਆਹੀ ਕੁੜੀ ਜਿਹੜੀ ਮਾੜੀ ਕਿਸਮਤ ਕਰਕੇ ਵਿਧਵਾ ਹੋ ਜਾਂਦੀ ਹੈ ਨੂੰ ਪਤੀ ਦੀ ਚਿਤਾ ਵਿੱਚ ਹੀ ਸਾੜ ਦਿੱਤਾ ਜਾਂਦਾ ਹੈ ਤਾਂ ਉਹਨਾਂ ਦਾ ਦਿਲ ਕੰਬ ਗਿਆ। ਜਿਹੜੇ 7 ਸਮੁੰਦਰ ਪਾਰ ਤੋਂ ਆਏ ਸਨ, ਜਿਨ੍ਹਾਂ ਦੀ ਇਸ ਦੇਸ਼ ਨਾਲ ਕੋਈ ਵੀ ਸਾਂਝ ਨਹੀਂ ਸੀ, ਮਨੁੱਖ ਹੋਣ ਦੇ ਨਾਤੇ ਹੀ ਉਹਨਾਂ ਦਾ ਦਿਲ ਕੰਬਿਆ, ਪਰ ਜਿਨ੍ਹਾਂ ਦੀ ਨੂੰਹ, ਧੀ, ਭੈਣ ਜਾਂ ਭਰਜਾਈ ਸੀ, ਉਹਨਾਂ ਪੱਥਰਾਂ ਨੂੰ ਕੋਈ ਫਰਕ ਨਹੀਂ ਸੀ। ਬ੍ਰਾਹਮਣ ਨੇ ਉਹਨਾਂ ਦੇ ਦਿਮਾਗ ਵਿੱਚ ਐਸਾ ਜ਼ਹਿਰ ਭਰ ਦਿੱਤਾ ਸੀ ਕਿ ਸਾਰੇ ਭਾਰਤੀ ਪੱਥਰ ਦਿਲ ਬਣ ਗਏ ਸਨ। ਹੈਰਾਨੀ ਦੀ ਗੱਲ ਇਹ ਹੈ ਕਿ ਬ੍ਰਾਹਮਣ ਨੇ ਬਾਕੀ ਲੋਕਾਂ ਵਾਸਤੇ ਤਾਂ ਸਤੀ ਪ੍ਰਥਾ ਚਲਾਈ, ਪਰ ਅੱਜ ਤੱਕ ਇੱਕ ਵੀ ਬ੍ਰਾਹਮਣ ਕੁੜੀ ਸਤੀ ਨਹੀਂ ਹੋਈ, ਕਿਉਂਕਿ ਬ੍ਰਾਹਮਣ ਨੇ ਬ੍ਰਾਹਮਣ ਕੁੜੀਆਂ ਨੂੰ ਸਤੀ ਹੋਣ ਤੋਂ ਛੋਟ ਦੇ ਦਿੱਤੀ ਸੀ। ਜਿਨ੍ਹਾਂ ਪੱਥਰ ਦਿਲਾਂ ਨੂੰ ਆਪਣੀਆਂ ਹੀ ਪਿਆਰੀਆਂ ਬੱਚੀਆਂ ਨੂੰ ਸਾੜਨ ਲੱਗਿਆਂ ਕਦੇ ਡਰ ਨਹੀਂ ਆਇਆ, ਉਹਨਾਂ ਨੂੰ 1984 ਵਿੱਚ ਦਿੱਲੀ ਅਤੇ ਅਨੇਕਾਂ ਹੋਰ ਥਾਵਾਂ ਤੇ ਸਿੱਖਾਂ ਨੂੰ ਸਾੜਨ ਲੱਗਿਆਂ ਕੀ ਫਰਕ ਪੈਣਾ ਸੀ। ਦਿੱਲੀ ਵਿੱਚ ਤਾਂ ਹਿੰਦੂਆਂ ਨੇ 200 ਸਾਲ ਦਾ ਜਮਾ ਹੋਇਆ ਲਾਵਾ ਹੀ ਕੱਢਿਆ ਹੈ। ਜਦੋਂ ਦੀ ਸਤੀ ਪ੍ਰਥਾ ਬੰਦ ਹੋਈ ਸੀ, ਹਿੰਦੂਆਂ ਦੇ ਹੱਥਾਂ ਨੂੰ ਕਿਸੇ ਨੂੰ ਸਾੜਨ ਦੀ ਖੁਰਕ ਹੁੰਦੀ ਰਹਿੰਦੀ ਸੀ। ਉਹਨਾਂ ਨੇ ਸਿੱਖਾਂ ਨੂੰ ਸਾੜ ਕੇ ਨਾਲੇ ਆਪਣੇ ਦਿਲ ਦਾ ਗੁਬਾਰ ਕੱਢਿਆ, ਨਾਲੇ ਹੱਥਾਂ ਦੀ ਖੁਰਕ ਮਿਟਾਈ। ਅਜੇ ਥੋੜੇ ਸਾਲ ਪਹਿਲਾਂ ਰਾਜਸਥਾਨ ਵਿੱਚ ਇੱਕ ਬੀਬੀ ਰੂਪ ਕੰਵਲ ਨੂੰ ਸਤੀ ਕੀਤਾ ਗਿਆ। ਇਸ ਦੇਸ਼ ਵਿੱਚ ਇੱਕ ਬੜੀ ਅਜੀਬ ਗੱਲ ਸਾਹਮਣੇ ਆਈ ਹੈ ਕਿ ਕੁੜੀਆਂ ਨੂੰ ਜਾਹਲ, ਅਨਪੜ੍ਹ, ਗਵਾਰ ਜਾਂ ਵਿਹਲੜ ਸਤੀ ਨਹੀਂ ਕਰਦੇ, ਸਗੋਂ ਵਕੀਲ, ਡਾਕਟਰ, ਇੰਜੀਨੀਅਰ, ਵਪਾਰੀ, ਧਾਰਮਿਕ ਲੀਡਰ ਸਾਰੇ ਇਸ ਪ੍ਰਥਾ ਦੇ ਹਾਮੀ ਹਨ। ਹੱਦ ਹੋ ਗਈ। ਜਿਸ ਤਰੀਕੇ ਨਾਲ ਇਹ ਰਸਮ ਕੀਤੀ ਜਾਂਦੀ ਹੈ, ਇਸ ਰਸਮ ਨੂੰ ਕਰਨ ਵਾਲਿਆਂ ਨੂੰ ਹਿੰਦੂ ਮਾਫੀਆ ਕਿਹਾ ਜਾ ਸਕਦਾ ਹੈ। ਲੜਕੀ ਨੂੰ ਬਕਾਇਦਾ ਇਸ਼ਨਾਨ ਕਰਵਾ ਕੇ, ਗਹਿਣਾ ਗੱਟਾ ਪਾ ਕੇ, ਹਾਰ ਸ਼ਿੰਗਾਰ ਕਰਕੇ, ਕੀਮਤੀ ਕੱਪੜੇ ਪਾ ਕੇ ਤਿਆਰ ਕੀਤਾ ਜਾਂਦਾ ਹੈ। ਇਹ ਤਿਆਰੀ ਕੋਈ ਜੇਲ੍ਹਾਂ ਵਿੱਚ ਫਾਂਸੀ ਲਾਉਣ ਵਾਲੇ ਬੁੱਚੜ ਨਹੀਂ ਕਰਦੇ, ਸਗੋਂ ਉਸੇ ਹੀ ਬਦਨਸੀਬ ਵਿਧਵਾ ਦੀਆਂ ਦਰਾਣੀਆਂ, ਜਠਾਣੀਆਂ, ਭੈਣਾਂ ਤੇ ਭਰਜਾਈਆਂ ਕਰਦੀਆਂ ਹਨ। ਇਹ ਗੱਲ ਤਾਂ ਇਸ ਤਰ੍ਹਾਂ ਦੀ ਹੋਈ ਜਿਵੇਂ ਆਪਣੇ ਪਤੀ ਨੂੰ ਉਸ ਵਿਧਵਾ ਨੇ ਹੀ ਮਾਰਿਆ ਹੋਵੇ ਤੇ ਖੂਨ ਕਾ ਬਦਲਾ ਖੂਨ ਦੇ ਅਸੂਲ ਤਹਿਤ ਉਸਨੂੰ ਸਜ਼ਾ ਦਿੱਤੀ ਜਾ ਰਹੀ ਹੋਵੇ। ਉਹ ਗਰੀਬਣੀ ਬਥੇਰਾ ਰੋਂਦੀ ਚਿল্ਲਾਉਂਦੀ ਹੈ। ਕਈ ਤਾਂ ਜਾਨ ਬਚਾਉਣ ਲਈ ਛੁੱਟ ਕੇ ਵੀ ਭੱਜਦੀਆਂ ਹਨ, ਪਰ ਜ਼ਾਲਮਾਂ ਨੇ ਇਹਦਾ ਵੀ ਤਰੀਕਾ ਲੱਭਿਆ ਹੋਇਆ ਹੈ। ਆਲੇ ਦੁਆਲੇ ਦੇ ਸੈਂਕੜੇ ਪਿੰਡਾਂ ਦੇ ਲੋਕ ਇਕੱਠੇ ਹੁੰਦੇ ਹਨ। ਮੇਲੇ ਵਰਗਾ ਮਾਹੌਲ ਬਣ ਜਾਂਦਾ ਹੈ। ਲੋਕ ਰੰਗ ਬਿਰੰਗੇ ਕੱਪੜੇ ਪਾ ਕੇ ਆਉਂਦੇ ਹਨ। ਫਿਰ ਢੋਲ, ਮੰਜੀਰਾ, ਵਾਜੇ, ਪੀਪਣੀਆਂ, ਤੂਤਨੀਆਂ ਤੇ ਨਗਾਰੇ ਵੱਜਦੇ ਹਨ ਤਾਂ ਕਿ ਕੋਈ ਉਸ ਕੁੜੀ ਦਾ ਰੋਣਾ ਪਿੱਟਣਾ ਨਾ ਸੁਣ ਲਵੇ। ਬਦਨਸੀਬ ਵਿਧਵਾ ਦਾ ਦਿਓਰ ਤੇ ਉਸਦਾ ਭਰਾ ਦੋਹਾਂ ਪਾਸਿਆਂ ਤੋਂ ਮਜ਼ਬੂਤੀ ਨਾਲ ਫੜ ਕੇ ਇਸ ਨੂੰ ਚਿਤਾ ਤੱਕ ਲਿਆਉਂਦੇ ਹਨ। ਭਰਾ ਤੇ ਦਿਓਰ ਦੀ ਚੰਡਾਲ ਜੋੜੀ ਇਸ ਲਈ ਵੀ ਬਣਾਈ ਜਾਂਦੀ ਹੈ ਤਾਂ ਕਿ ਇਹ ਇਲਜ਼ਾਮ ਨਾ ਲੱਗੇ ਕਿ ਸਹੁਰਿਆਂ ਨੇ ਜ਼ਬਰਦਸਤੀ ਨੂੰ ਸਾੜੀ ਹੈ। ਰੂਪ ਕੰਵਲ ਦੀ ਪਹਿਲਾਂ ਫੋਟੋ ਖਿੱਚੀ ਗਈ, ਫਿਰ ਉਸ ਤੋਂ ਕੈਲੰਡਰ ਬਣੇ ਹੋਏ ਹਨ ਜੋ ਸਾਰੇ ਰਾਜਸਥਾਨ ਵਿੱਚ ਵਿਕਦੇ ਹਨ। ਮੈਂ ਜਦੋਂ ਜੈਪੁਰ ਇਹ ਕੈਲੰਡਰ ਵੇਖਿਆ ਤਾਂ ਸਮਝਿਆ ਕਿ ਇਹ ਕਿਸੇ ਫਿਲਮੀ ਐਕਟਰਸ ਦਾ ਹੈ, ਪਰ ਥੱਲੇ ਲਿਖਿਆ ਹੋਇਆ ਸੀ ਸਤੀ ਰੂਪ ਕੰਵਲ। ਉਸਦੇ ਚਿਹਰੇ ਵੱਲ ਵੇਖਿਆ ਸਹਿਜੇ ਹੀ ਸਮਝ ਲੱਗਦੀ ਹੈ ਕਿ ਸਤੀ ਹੋਣਾ ਉਹਦੀ ਮਰਜ਼ੀ ਨਹੀਂ, ਮਜਬੂਰੀ ਸੀ। ਸਤੀ ਹੋਣ ਵੇਲੇ ਉਸਦੀ ਉਮਰ 20 ਸਾਲ 8 ਮਹੀਨੇ ਸੀ। ਦੁਕਾਨਦਾਰ ਨੇ ਮੈਨੂੰ ਸਾਰੀ ਜਾਣਕਾਰੀ ਦਿੱਤੀ। ਉਸ ਕੈਲੰਡਰ ਦੀ ਇੱਕ ਨੁੱਕਰ ਵਿੱਚ ਉਹਦਾ ਮੰਦਰ ਵੀ ਬਣਿਆ ਹੋਇਆ ਦਿਖਾਇਆ ਗਿਆ ਹੈ। ਦੁਕਾਨਦਾਰ ਦੇ ਦੱਸਣ ਅਨੁਸਾਰ ਇਸ ਮੰਦਰ ਦੀ ਬਹੁਤ ਮਾਨਤਾ ਹੈ। ਅੰਗਰੇਜ਼ ਦੀ ਹੋਰ ਵੱਡੀ ਦੇਣ ਥਾਂ ਸਕੂਲ ਤੇ ਕਾਲਜ ਖੋਲ੍ਹਣੇ ਸਨ। ਜੇ ਅੰਗਰੇਜ਼ ਮਨ ਵਿੱਚ ਰਾਜਨੀਤਿਕ ਬਦੀ ਰੱਖਦੇ ਤੇ ਲੋਕਾਂ ਦੇ ਪੜ੍ਹਨ ਲਿਖਣ ਦਾ ਪ੍ਰਬੰਧ ਨਾ ਕਰਦੇ ਤਾਂ ਅਜੇ ਹੋਰ 50 ਸਾਲ ਤੱਕ ਰਾਜ ਕਰ ਸਕਦੇ ਸਨ। ਅੰਗਰੇਜ਼ਾਂ ਨੇ ਹੀ ਭਾਰਤੀਆਂ ਨੂੰ ਅੰਗਰੇਜ਼ੀ ਦਵਾਈਆਂ ਦੇ ਇਲਾਜ ਤੋਂ ਜਾਣੂ ਕਰਵਾਇਆ, ਨਹੀਂ ਤਾਂ ਲੱਖਾਂ ਲੋਕ ਹਰ ਸਾਲ ਬੇਮੌਤ ਮਰ ਜਾਂਦੇ ਸਨ। ਇੱਥੋਂ ਦੇ ਲੋਕ ਤਾਂ ਐਡੇ ਜਾਹਲ ਸਨ ਕਿ ਜਦੋਂ 1914 ਵਿੱਚ ਪਲੇਗ ਪਈ ਤਾਂ ਅੰਗਰੇਜ਼ਾਂ ਨੇ ਸਰਕਾਰੀ ਖਰਚੇ ਤੇ ਲੋਹੇ ਦੇ ਰੋਸ਼ਨਦਾਨ ਬਣਵਾ ਕੇ ਮੁਫਤ ਲੋਕਾਂ ਦੇ ਘਰਾਂ ਵਿੱਚ ਲਵਾਏ ਤਾਂ ਕਿ ਰੋਸ਼ਨਦਾਨਾਂ ਥਾਣੀ ਹਨੇਰੇ ਕਮਰਿਆਂ ਵਿੱਚ ਧੁੱਪ ਪਵੇ ਤੇ ਚਾਨਣ ਵੀ ਹੋਵੇ ਤੇ ਚੂਹੇ ਜਿਹੜੇ ਹਨੇਰੇ ਵਿੱਚ ਰਹਿ ਕੇ ਖੁਸ਼ ਹੁੰਦੇ ਹਨ, ਬਾਹਰ ਖੇਤਾਂ ਵੱਲ ਭੱਜ ਜਾਣ।
ਸਰਕਾਰੀ ਕਰਮਚਾਰੀ ਰੋਸ਼ਨਦਾਨ ਲਾ ਕੇ ਅਜੇ ਪਿੰਡੋਂ ਬਾਹਰ ਹੀ ਹੁੰਦੇ ਹਨ ਕਿ ਲੋਕ ਝੱਟ ਰੋਸ਼ਨਦਾਨ ਪੁੱਟ ਕੇ ਉਹਦੀ ਥਾਂ ਫਿਰ ਬੰਦ ਕਰ ਦਿੰਦੇ। ਅਖੇ ਇਹ ਅੰਗਰੇਜ਼ਾਂ ਦੀ ਚਾਲ ਹੈ ਤਾਂ ਕਿ ਚੋਰ ਸੌਖੇ ਹੀ ਘਰਾਂ ਵਿੱਚ ਵੜ ਕੇ ਲੁੱਟ ਕੇ ਲੈ ਜਾਣ। ਚੂਹੇ ਨੂੰ ਪਿੱਸੂ ਚਿੰਬੜੇ ਹੁੰਦੇ ਹਨ ਜਿਹੜੇ ਪਲੇਗ ਫੈਲਾਉਣ ਦਾ ਕਾਰਨ ਹੁੰਦੇ ਹਨ, ਕਿਉਂਕਿ ਬਿੱਲੀ ਚੂਹੇ ਨੂੰ ਖਾਂਦੀ ਹੈ ਤੇ ਪਲੇਗ ਤੋਂ ਬਚਾਅ ਹੁੰਦਾ ਹੈ। ਇਸੇ ਲਈ ਹੀ ਬ੍ਰਾਹਮਣ ਨੇ ਬਿੱਲੀ ਨੂੰ ਮਾਰਨ ਤੇ ਸੋਨੇ ਦੀ ਬਿੱਲੀ ਬਣਾ ਕੇ ਬ੍ਰਾਹਮਣ ਨੂੰ ਦਾਨ ਕਰਨ ਦਾ ਉਪਾਅ ਪ੍ਰਚਲਿਤ ਕੀਤਾ ਤਾਂ ਕਿ ਡਰ ਨਾਲ ਲੋਕ ਬਿੱਲੀਆਂ ਨਾ ਮਾਰਨ ਤੇ ਜੇ ਕਿਸੇ ਕੋਲੋਂ ਮਰ ਜਾਵੇ ਤਾਂ ਉਹ ਸੋਨੇ ਦੀ ਬਿੱਲੀ ਬਣਾ ਕੇ ਬ੍ਰਾਹਮਣ ਨੂੰ ਦਾਨ ਵਜੋਂ ਦੇਵੇ। ਇਸ ਨਾਲ ਦੋਹਰਾ ਫਾਇਦਾ ਹੈ, ਜਿਵੇਂ ਹਾਥੀ ਜੀਂਦੇ ਦਾ ਲੱਖ ਤੇ ਮਰੇ ਦਾ 1.25 ਲੱਖ। ਅੰਗਰੇਜ਼ਾਂ ਨੇ ਦੂਰਦਰਸ਼ਤਾ ਨਾਲ ਨਹਿਰਾਂ ਕੱਢ ਕੇ ਗੰਜੀ ਬਾਰ ਤੇ ਨੀਲੀ ਬਾਰ ਆਦਿ ਬਾਰਾਂ ਆਬਾਦ ਕੀਤੀਆਂ। ਇੱਧਰ ਅੰਮ੍ਰਿਤਸਰ, ਜਲੰਧਰ, ਹੁਸ਼ਿਆਰਪੁਰ ਤੇ ਗੁਰਦਾਸਪੁਰੋਂ ਥੋੜੀਆਂ ਜ਼ਮੀਨਾਂ ਵਾਲੇ ਲੋਕਾਂ ਨੂੰ ਆਬਾਦਕਾਰ ਬਣਾ ਕੇ ਬਾਰਾਂ ਵਿੱਚ ਵਸਾਇਆ। ਸਿੱਖ ਬਹੁਤ ਹੀ ਸੌਖੇ ਹੋ ਗਏ ਤੇ ਚੰਗੀ ਰੋਟੀ ਖਾਣ ਲੱਗ ਪਏ। ਨਹੀਂ ਤਾਂ ਜਲੰਧਰ ਕਿਹੜੀ ਫਸਲ ਹੁੰਦੀ ਸੀ। ਖੂਹਾਂ ਦੀ ਵਾਹੀ 140 ਟੰਡਾਂ ਪੈਂਦੀਆਂ ਸਨ। ਚੂਹੀ ਮੂਤਣ ਜਿੰਨਾ ਪਾਣੀ ਆਉਂਦਾ ਸੀ। 2 ਫਸਲਾਂ ਗਵਾਰਾਂ ਤੇ ਮੋਠ ਹੁੰਦੇ ਸਨ। ਖੂਹਾਂ ਤੇ ਅੰਬਾਂ ਦੇ ਬੂਟੇ ਹੁੰਦੇ ਸਨ ਜਿਨ੍ਹਾਂ ਨੂੰ ਦੇਸੀ ਛੋਟੀਆਂ ਖੱਟੀਆਂ ਟੀਟ ਅੰਬੀਆਂ ਲੱਗਦੀਆਂ ਸਨ। ਜਦੋਂ ਕਿਸੇ ਦੁਆਬਣ ਕੁੜੀ ਦੀ ਕਿਸਮਤ ਖੁੱਲ੍ਹਦੀ, ਵਿਆਹ ਕਰਵਾ ਕੇ ਵਲੈਤ ਜਾਣ ਦਾ ਮੌਕਾ ਬਣਦਾ ਤਾਂ ਉਹਦੀਆਂ ਸਹੇਲੀਆਂ ਉਹਨੂੰ ਦੁਆਬੇ ਦੀ ਇੱਕੋ ਇੱਕ ਸੁਗਾਤ ਖੱਟੀਆਂ ਅੰਬੀਆਂ ਦੀ ਯਾਦ ਦਿਵਾਉਂਦੀਆਂ ਬੋਲੀ ਪਾਉਂਦੀਆਂ, ਛੱਡ ਕੇ ਦੇਸ ਦੁਆਬਾ ਅੰਬੀਆਂ ਨੂੰ ਤਰਸੇਂਗੀ। ਦੁਆਬੇ ਵਿੱਚ ਰਹਿਣ ਸਹਿਣ ਦਾ ਪੱਧਰ ਬਹੁਤ ਨੀਵਾਂ ਸੀ। 14-15 ਸਾਲਾਂ ਤੱਕ ਦੀਆਂ ਕੁੜੀਆਂ ਵੀ ਝੱਗਾ ਤੇ ਕੱਛਾ ਪਾਉਂਦੀਆਂ ਸਨ। ਬੰਦੇ ਲਗੋਟੀ ਲਾਉਂਦੇ ਤੇ ਕਿਤੇ ਬਾਹਰ ਅੰਦਰ ਜਾਣਾ ਹੁੰਦਾ ਤਾਂ ਖੱਦਰ ਦੇ ਰੇਜੇ ਦੀ ਧੋਤੀ ਬੰਨ੍ਹਦੇ ਜਿਹੜੀ ਗੋਡਿਆਂ ਤੱਕ ਹੁੰਦੀ। ਵਿਆਹ ਸ਼ਾਦੀਆਂ ਵਿੱਚ ਸਾਰੇ ਪਿੰਡ ਵਿੱਚੋਂ 7-8 ਦਿਨ ਪਹਿਲਾਂ ਲੱਸੀ ਇਕੱਠੀ ਕਰਨੀ ਸ਼ੁਰੂ ਕਰ ਦਿੰਦੇ। ਫਿਰ ਇੱਕ ਟੋਆ ਪੁੱਟ ਕੇ ਵਿੱਚ ਰੇਜਾ, ਖੱਦਰ ਦੀ ਤਾਣੀ ਦਾ ਕੱਪੜਾ ਵਿਛਾ ਕੇ ਉਹਦੇ ਵਿੱਚ ਰੋਜ਼ ਲੱਸੀ ਪਾਈ ਜਾਂਦੇ। ਪਾਣੀ ਜੀਰ ਜਾਂਦਾ ਤੇ ਸੰਘਣਾ ਜਿਹਾ ਦਹੀਂ ਵਿੱਚ ਜਮ੍ਹਾਂ ਹੋ ਜਾਂਦਾ ਜਾਂ ਇਹ ਰੇਜਾ ਲੱਸੀ ਪਾ ਕੇ ਕਿੱਲੀ ਨਾਲ ਟੰਗ ਦਿੰਦੇ ਤੇ ਇਸ ਤਰ੍ਹਾਂ ਵੀ ਪਾਣੀ ਨਿਚੜ ਜਾਂਦਾ। ਵਿਆਹ ਵਾਲੇ ਦਿਨ ਘਰ ਦੀਆਂ ਕੱਢੀਆਂ ਹੋਈਆਂ ਪਕੌੜੀਆਂ ਚਾਟੀ ਵਿੱਚ ਪਾ ਕੇ ਉਹ ਦਹੀਂ ਜਿਹਾ ਪਾਇਆ ਜਾਂਦਾ। ਫਿਰ ਅਖੀਰਲੇ ਦਿਨ ਦੀ ਲੱਸੀ ਵਿੱਚ ਪਾ ਕੇ ਲੂਣ ਤੇ ਮਿਰਚ ਪਾ ਕੇ ਹਿਲਾਉਂਦੇ। ਖੱਟਾ ਤਿਆਰ ਹੋ ਜਾਂਦਾ ਸੀ। ਜੇ ਕਿਸੇ ਨੂੰ ਖੱਟਾ ਨਾ ਮਿਲਦਾ ਤਾਂ ਉਹ ਰੁੱਸ ਕੇ ਵਿਆਹ ਵਿੱਚੋਂ ਜਾਣ ਤੱਕ ਤਿਆਰ ਹੋ ਜਾਂਦਾ। ਮੇਰੇ ਨਾਨਕਿਆਂ ਦੇ ਪਿੰਡ ਨਕੋਦਰ ਖੱਟੇ ਤੋਂ ਰੁੱਸ ਕੇ ਹੀ ਮੇਰਾ ਮਾਸੜ ਚਲਾ ਗਿਆ ਸੀ। ਅਖੇ ਮੈਨੂੰ ਖੱਟਾ ਨਹੀਂ ਪਾਇਆ। ਜੇ ਕੋਈ ਜ਼ਿਆਦਾ ਚਿਰ ਤੱਕ ਪੰਗਤ ਵਿੱਚ ਬੈਠਾ ਰਹਿੰਦਾ ਤਾਂ ਵਿੱਚੋਂ ਹੀ ਕੋਈ ਪ੍ਰਾਹੁਣਾ ਆ ਕੇ ਕਹਿੰਦਾ, ਚੱਲ ਉੱਠ ਹੁਣ ਖੱਟਾ ਉਡੀਕਦਾ। ਜਲੰਧਰ ਜ਼ਿਲ੍ਹੇ ਦੀ ਸਾਰੀ ਜ਼ਮੀਨ ਉੱਚੇ ਨੀਵੇਂ ਟਿੱਬਿਆਂ ਵਾਲੀ ਸੀ, ਜਿਸ ਨੂੰ ਕਦੇ ਕਿਸੇ ਨੇ ਵਾਹਿਆ ਨਹੀਂ ਸੀ। ਦੂਰੋਂ ਵੇਖਣ ਤੇ ਕਾਹੀ ਫੁੱਲੀ ਹੋਈ ਇਸ ਤਰ੍ਹਾਂ ਲੱਗਦੀ ਸੀ ਜਿਵੇਂ ਦਰਿਆ ਦੇ ਕੰਢੇ ਦੀ ਨਿਕਾਸੀ ਜ਼ਮੀਨ ਹੋਵੇ, ਪਰ ਇਹਨਾਂ ਟਿੱਬਿਆਂ ਦੇ 3-3 ਮੀਲ ਤੇ ਕੋਈ ਆਬਾਦੀ ਨਹੀਂ ਸੀ ਤੇ ਨਾ ਹੀ ਲਾਗੇ ਪਾਣੀ ਦਾ ਕੋਈ ਖੂਹ ਸੀ। ਅਰਬ ਦੇਸ਼, ਦੁਬਈ ਅਤੇ UAE ਦੇ ਦੇਸ਼ਾਂ ਵਿੱਚ ਬਿਲਕੁਲ ਇਸੇ ਤਰ੍ਹਾਂ ਦੇ ਹੀ ਟਿੱਬੇ ਹਨ। ਇਹਨਾਂ ਦੇਸ਼ਾਂ ਵਿੱਚ ਕੋਈ ਸੈਰ ਕਰਨ ਵਾਸਤੇ ਜਾਵੇ ਤਾਂ ਉਚੇਚੇ ਤੌਰ ਤੇ ਉਸ ਨੂੰ ਇਹ ਟਿੱਬੇ ਵਿਖਾਏ ਜਾਂਦੇ ਹਨ ਤੇ ਇਸ ਦਾ ਨਾਂ ਉਹਨਾਂ ਨੇ ਡੈਜ਼ਰਟ ਸਫਾਰੀ ਰੱਖਿਆ ਹੋਇਆ ਸੀ। ਇਹਨਾਂ ਟਿੱਬਿਆਂ ਥੱਲੇ ਤੇਲ ਹੈ ਜੋ ਅੱਜ ਦੇ ਯੁੱਗ ਵਿੱਚ ਸੋਨੇ ਤੋਂ ਵੀ ਵੱਧ ਕੀਮਤੀ ਹੈ, ਪਰ ਦੁਆਬੇ ਦੇ ਟਿੱਬੇ ਹਰ ਤਰ੍ਹਾਂ ਨਾਲ ਨਿਕੰਮੇ ਸਨ। ਨਾ ਥੱਲੇ ਤੇਲ ਤੇ ਨਾ ਉੱਤੇ ਉਪਜਾਊ ਧਰਤੀ। ਥੋੜ੍ਹੀ ਬਹੁਤ ਹਵਾ ਵਗਣ ਤੇ ਵੀ ਬੀਜੀ ਹੋਈ ਫਸਲ ਰੇਤ ਥੱਲੇ ਆ ਕੇ ਦੱਬੀ ਜਾਂਦੀ। ਇਹ ਕਰਬਲਾ ਦੇ ਮੈਦਾਨ ਵਰਗਾ ਇਲਾਕਾ ਸੀ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਦੇ ਨਵਾਸੇ ਹਸਨ ਤੇ ਹੁਸੈਨ ਮੈਦਾਨੇ ਜੰਗ ਵਿੱਚ ਪਾਣੀ ਨਾ ਮਿਲਣ ਖੁਣੋਂ ਸ਼ਹੀਦ ਹੋ ਗਏ ਸਨ, ਕਿਉਂਕਿ ਪਾਣੀ ਚਮੜੇ ਦੀਆਂ ਮਸ਼ਕਾਂ ਵਿੱਚ ਸੀ ਤੇ ਕਰਬਲਾ ਦੇ ਮਾਰੂਥਲ ਵਿੱਚ ਕੋੜ ਕਿਰਲੇ ਬਹੁਤ ਹੁੰਦੇ ਹਨ। ਉਹਨਾਂ ਕੋੜ ਕਿਰਲਿਆਂ ਨੇ ਮਸ਼ਕਾਂ ਟੁੱਕ ਦਿੱਤੀਆਂ ਤੇ ਸਾਰਾ ਪਾਣੀ ਰੇਤ ਵਿੱਚ ਵਗ ਗਿਆ। ਹੁਣ ਵੀ ਹਰ ਸਾਲ ਸ਼ੀਆ ਮੁਸਲਮਾਨ ਇਹਨਾਂ ਦਰਦਨਾਕ ਮੌਤਾਂ ਕਰਕੇ ਮੁਹਰਮ ਦੇ ਦਿਨਾਂ ਵਿੱਚ ਹੁੱਸੇ ਪਿੱਟਦੇ ਤੇ ਅੰਗਿਆਰਿਆਂ ਨੂੰ ਜ਼ਮੀਨ ਤੇ ਵਿਛਾ ਕੇ ਉਹਨਾਂ ਉੱਤੇ ਨੰਗੇ ਪੈਰੀ ਤੁਰਦੇ ਹਨ
ਤੇ ਸੰਗਲੀਆਂ ਨਾਲ ਲੱਗੀਆਂ ਛੁਰੀਆਂ ਆਪਣੇ ਪਿੰਡੇ ਤੇ ਮਾਰਦੇ ਹਨ, ਜਿਸ ਨਾਲ ਛੁਰੀਆਂ ਸਰੀਰ ਦੇ ਮਾਸ ਵਿੱਚ ਧੱਸ ਜਾਂਦੀਆਂ ਹਨ ਤੇ ਜਦੋਂ ਸੰਗਲੀ ਪੁੱਟਦੇ ਹਨ ਤਾਂ ਨਾਲ ਹੀ ਪਿੰਡੇ ਦਾ ਮਾਸ ਵੀ ਬਾਹਰ ਆ ਜਾਂਦਾ ਹੈ। ਬਜ਼ੁਰਗ ਛਾਤੀ ਪਿੱਟਦੇ ਹਨ ਤੇ ਮਰ ਗਏ ਸੱਜਣ ਤਿਹਾਏ ਜੀ, ਵਾਹ ਵਾਹ ਸ਼ੇਰਾਂ ਦੇ ਵਾਹੇ ਵਾਹ। ਇਸ ਤਰ੍ਹਾਂ ਜਵਾਨ ਲਹੂ ਲੁਹਾਨ ਤੇ ਬੁੱਢੇ ਪਿੱਟ ਪਿੱਟ ਕੇ ਆਪਣੀਆਂ ਛਾਤੀਆਂ ਨੀਲੀਆਂ ਕਰ ਲੈਂਦੇ ਹਨ। ਮੁਸਲਮਾਨ ਇਸ ਜਲੂਸ ਦੇ ਅੱਗੇ ਅੱਗੇ ਇੱਕ ਉੱਚਾ ਸਾਰਾ ਝੰਡਾ ਲੈ ਕੇ ਚੱਲਦੇ ਹਨ ਤੇ ਜੇ ਕੋਈ ਰਾਹ ਵਿੱਚ ਰੁਕਾਵਟ ਆ ਜਾਵੇ ਤਾਂ ਮਸਜਿਦ ਦੀ ਬੁਰਜੀ ਨੁਮਾ ਝੰਡਾ ਨਹੀਂ ਝੁਕਾਉਂਦੇ, ਸਗੋਂ ਉਹ ਰੁਕਾਵਟ ਦੂਰ ਕਰ ਦਿੰਦੇ ਹਨ। ਹਿੰਦੂ ਤੇ ਮੁਸਲਮਾਨਾਂ ਦੀਆਂ ਬਹੁਤੀਆਂ ਲੜਾਈਆਂ ਤਾਜ਼ੀਆਂ ਕੱਢਣ ਤੋਂ ਹੀ ਹੁੰਦੀਆਂ ਸਨ, ਜਿਨ੍ਹਾਂ ਵਿੱਚ ਸੈਂਕੜੇ ਆਦਮੀ ਮਰਦੇ ਤੇ ਜ਼ਖਮੀ ਹੋ ਜਾਂਦੇ ਸਨ, ਕਿਉਂਕਿ ਤਾਜ਼ੀਏ ਦੇ ਅੱਗੇ ਜੇ ਪਿੱਪਲ ਦਾ ਟਾਹਣ ਆ ਜਾਵੇ ਤਾਂ ਮੁਸਲਮਾਨ ਉਸ ਟਾਹਣ ਨੂੰ ਵੱਢ ਦਿੰਦੇ ਸਨ ਤੇ ਹਿੰਦੂ ਪਿੱਪਲ ਨੂੰ ਦੇਵਤਾ ਮੰਨਦੇ ਹਨ ਤੇ ਵੱਢਣ ਨਹੀਂ ਸਨ ਦਿੰਦੇ। ਬਸ ਇੱਥੋਂ ਹੀ ਲੜਾਈ ਹੋ ਜਾਂਦੀ ਸੀ। ਆਜ਼ਾਦ ਭਾਰਤ ਵਿੱਚ ਗੁਲਾਮ ਸਿੱਖ। ਜਿਹੜੀ ਕਹਾਣੀ ਮੈਂ ਇੱਥੇ ਲਿਖਣ ਲੱਗਾ ਹਾਂ ਉਹ ਇਕੱਲੇ ਮੇਰੇ ਪਰਿਵਾਰ ਦੀ ਹੀ ਨਹੀਂ, ਲੱਖਾਂ ਪਰਿਵਾਰਾਂ ਨਾਲ ਸਾਡੇ ਵਾਲਾ ਹੀ ਹਾਲ ਹੋਇਆ ਸੀ। ਕਰੋੜਾਂ ਰੁਪਇਆਂ ਦੀਆਂ ਜਾਇਦਾਦਾਂ ਛੱਡ ਕੇ ਆਉਣ ਵਾਲੇ ਕੱਖਾਂ ਤੋਂ ਵੀ ਹੌਲੇ ਹੋਏ ਪਏ ਸਨ। ਕੀਤੀਆਂ ਦੁੱਲੇ ਦੀਆਂ ਪੇਸ਼ ਲੱਦੀ ਦੇ ਆਈਆਂ ਵਾਂਗ ਸਿੱਖ ਲੀਡਰਾਂ ਦੀ ਗਲਤੀ ਦਾ ਖਮਿਆਜ਼ਾ ਵਿਚਾਰੇ ਸਧਾਰਨ ਲੋਕ ਭੁਗਤ ਰਹੇ ਸਨ। ਮਾਸਟਰ ਤਾਰਾ ਸਿੰਘ ਤੇ ਗਿਆਨੀ ਕਰਤਾਰ ਸਿੰਘ ਜੂਆਂ ਵਾਲੇ ਦਾ ਕੀ ਗਿਆ। ਠੱਗੀ ਨਾ ਵੱਛੀ ਤੇ ਨੀਂਦ ਆਵੇ ਅੱਛੀ। ਇਹ ਦੋਵੇਂ ਲੀਡਰ ਤੇ ਉੱਧਰ ਵੀ ਦਰੂਦ ਦੇ ਟੁਕੜਿਆਂ ਤੇ ਹੀ ਪਲਦੇ ਸਨ। ਕਦੇ ਬਲਦੇਵ ਸਿੰਘ ਕੋਲੋਂ ਪੈਸੇ ਲੈ ਲਏ ਤੇ ਕਦੇ ਕਿਸੇ ਹੋਰ ਸਰਮਾਏਦਾਰ ਕੋਲੋਂ। ਬਲਦੇਵ ਸਿੰਘ ਤਾਂ ਬਜਵਾਂ 500 ਰੁਪਇਆ ਗਿਆਨੀ ਕਰਤਾਰ ਸਿੰਘ ਨੂੰ ਦਿੰਦੇ ਸਨ। ਕਹਿੰਦੇ ਹਨ ਦੁੱਧ ਉਹਦਾ ਜਿਹੜਾ ਉਬਲਣ ਤੋਂ ਪਹਿਲਾਂ ਸਾਂਭ ਲਵੇ। ਸਾਨੂੰ ਤਾਂ ਇਹ ਵੀ ਪਤਾ ਨਾ ਲੱਗ ਸਕਿਆ ਕਿ ਦੁੱਧ ਉਬਾਲਣ ਲਈ ਕਦੋਂ ਦਾ ਧਰਿਆ ਹੋਇਆ ਹੈ। ਸਾਂਭਣਾ ਸਵਾਹ ਸੀ। ਆਪਣੀ ਹੀ ਧੋਤੀ ਵਿੱਚ ਅੜ ਕੇ ਡਿੱਗਣ ਵਾਲੇ ਲੋਕ ਹੁਣ ਹੁਕਮਰਾਨ ਬਣ ਗਏ ਸਨ ਤੇ ਅਸੀਂ ਪਨਾਹਗੀਰ ਤੇ ਰਿਫਿਊਜੀ। ਪਾਕਿਸਤਾਨ ਬਣਨ ਤੋਂ ਪਹਿਲਾਂ ਤਾਂ ਸਿੱਖ ਰਾਜਨੀਤੀ ਦਾ ਇਹ ਹਾਲ ਸੀ ਜਿਵੇਂ ਲੰਗੜਾ ਨੱਚੇ, ਗੂੰਗਾ ਗਾਏ ਤੇ ਲੂਲਾ ਢੋਲ ਵਜਾਏ। ਮਾਮੂਲੀ ਸਕੂਲ ਮਾਸਟਰ ਤਾਂ ਸਿੱਖਾਂ ਦੇ ਲੀਡਰ ਸਨ। ਸਿੱਖਾਂ ਦੀ ਗੱਲ ਵੱਲ ਕਿਹਨੇ ਧਿਆਨ ਦੇਣਾ ਸੀ। ਫਿਰ ਉਹਨਾਂ ਲੀਡਰਾਂ ਸਾਹਮਣੇ ਜਿਹੜੇ ਇੰਗਲੈਂਡ ਦੀ ਆਕਸਫੋਰਡ ਯੂਨੀਵਰਸਿਟੀ ਦੇ ਪੜ੍ਹੇ ਹੋਏ ਤੇ ਨਾਮੀ ਵਕੀਲ ਸਨ। ਇਹਨਾਂ ਟੁੱਚੀ ਜਿਹੇ ਲੀਡਰਾਂ ਦੀ ਤਾਂ ਉਹਨਾਂ ਸਾਹਮਣੇ ਬੋਲਣ ਲੱਗਿਆਂ ਵੀ ਘਿੱਗੀ ਵੱਜ ਜਾਂਦੀ ਸੀ। ਸਿੱਖਾਂ ਦਾ ਕੇਸ ਇਹਨਾਂ ਨੇ ਉਹਨਾਂ ਨੂੰ ਕੀ ਸਮਝਾਉਣਾ ਸੀ। करेंगे किसी की वो क्या रहनुमाई, लुटा के जो काफला खुद का आ गए हैं। ਸਿਆਣੇ ਕਹਿੰਦੇ ਹਨ ਕਿ ਜਦੋਂ ਸਮੁੰਦਰ ਵਿੱਚ ਤੂਫਾਨ ਆਉਂਦਾ ਹੈ ਤਾਂ ਜਹਾਜ਼ ਡੁੱਬਦੇ ਹਨ, ਸਮੁੰਦਰ ਦੀਆਂ ਮੱਛੀਆਂ ਨਹੀਂ। ਮਾਸਟਰ ਤਾਰਾ ਸਿੰਘ ਤੇ ਕਰਤਾਰ ਸਿੰਘ ਗਿਆਨੀ ਜੂਆਂ ਵਾਲੇ ਦਾ ਕੀ ਗਿਆ। ਉਹ ਤਾਂ ਫਿਰ ਇੱਧਰ ਆ ਕੇ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਬਣ ਗਏ। ਪਰ ਲੱਖਾਂ ਲੋਕਾਂ ਦਾ ਬੇੜਾ ਇਹਨਾਂ ਨੇ ਗਰਕ ਕਰ ਦਿੱਤਾ ਤੇ ਮੌਜਾਂ ਕਰਦੇ ਲੋਕ ਕੌਡੀ ਕੌਡੀ ਦੇ ਮੁਤਾਜ ਹੋ ਗਏ। ਸਾਨੂੰ ਪਾਕਿਸਤਾਨ ਵਿੱਚੋਂ ਛੱਡ ਕੇ ਆਉਣ ਵਾਲੀ ਜ਼ਮੀਨ ਦੇ ਵੱਟੇ ਇੱਧਰ 106 ਏਕੜ ਜ਼ਮੀਨ ਅਲਾਟ ਹੋਈ। ਇਹ ਜ਼ਮੀਨ ਵੀ ਕਰਬਲਾ ਦੇ ਮੈਦਾਨ ਵਰਗੀ ਸੀ। ਇਸ ਵਿੱਚ ਇੱਕ ਟਿੱਬਾ ਸੀ ਜਿਸ ਦਾ ਨਾਂ ਸ਼ੌ ਬੱਗਾ ਸੀ। ਇੱਥੋਂ ਦੇ ਰਹਿਣ ਵਾਲੇ ਦੁਆਬੀਏ ਸੁਣਾਉਂਦੇ ਹੁੰਦੇ ਸਨ ਕਿ ਇੱਕ ਵਾਰ ਇੱਕ ਪਠਾਨ ਇਸ ਟਿੱਬੇ ਤੇ ਹਲ ਵਾਹੁਣ ਗਿਆ ਤੇ ਬਹੁਤ ਗਰਮੀ ਦੇ ਦਿਨਾਂ ਵਿੱਚ ਦੁਪਹਿਰ ਤੱਕ ਹਲ ਵਾਹੁੰਦਾ ਰਿਹਾ। ਪਠਾਣੀ ਮਗਰ ਰੋਟੀ ਲੈ ਕੇ ਗਈ। ਪਠਾਨ ਨੇ ਹਲ ਖੜਾ ਕੀਤਾ ਤੇ ਰੋਟੀ ਖਾਣ ਲੱਗਾ। ਹਲ ਵਾਕਾਂ ਨੂੰ ਆਦਤ ਹੁੰਦੀ ਹੈ ਕਿ ਹਲ ਦੀ ਜੰਗੀ ਜਿਸ ਦੇ ਥੱਲੇ ਲੋਹੇ ਦਾ ਫਾਲਾ ਹੁੰਦਾ ਹੈ ਤੇ ਉਸ ਫਾਲੇ ਨਾਲ ਹੀ ਜ਼ਮੀਨ ਪੁੱਟ ਹੁੰਦੀ ਹੈ ਦੇ ਲਾਗੇ ਹੀ ਬਹਿ ਕੇ ਰੋਟੀ ਖਾਂਦੇ ਹਨ ਤਾਂ ਕਿ ਬੋਲਦ ਆਪਣੇ ਆਪ ਨਾ ਤੁਰ ਪੈਣ ਤਾਂ ਉਹ ਲੋਹੇ ਦਾ ਤਿੱਖਾ ਫਾਲਾ ਬੋਲਦ ਦੇ ਪੈਰ ਵਿੱਚ ਵੱਜ ਕੇ ਬੋਲਦ ਜ਼ਖਮੀ ਨਾ ਜਾਵੇ। ਜੇ ਇਸ ਤਰ੍ਹਾਂ ਹੋ ਜਾਵੇ ਤਾਂ ਮਹੀਨਾ ਮਹੀਨਾ ਬੋਲਦ ਵਗਣ ਦੇ ਕਾਬਲ ਨਹੀਂ ਰਹਿੰਦਾ ਤੇ ਲਗੜਾਉਂਦਾ ਰਹਿੰਦਾ ਹੈ। ਪਠਾਣੀ ਨੇ ਵੀ ਲਾਗੇ ਹੀ ਲੱਸੀ ਵਾਲਾ ਡੋਲੂ ਰੱਖ ਦਿੱਤਾ। ਪਠਾਨ ਰੋਟੀ ਖਾ ਰਿਹਾ ਸੀ। ਬੋਲਦ ਨੇ ਅਚਾਨਕ ਮੱਖੀ ਝੱਲਣ ਲਈ ਪੂੰਛ ਮਾਰੀ ਤੇ ਡੋਲੂ ਦਾ ਕੁੰਡਾ ਉਹਦੀ ਪੂੰਛ ਦੇ ਵਾਲਾਂ ਨਾਲ ਅੜ ਕੇ ਮੁੱਦਾ ਹੋ ਗਿਆ। ਪਠਾਨ ਦੇ ਸੰਗ ਵਿੱਚ ਬੁਰਕੀ ਫਸ ਗਈ। ਉਹ ਜੀ ਭਿਆਣਾ ਪਹਿਲਾਂ ਸਾਡੇ ਹੀ ਪਿੰਡ ਵੱਲ ਨੱਠਾ, ਪਰ ਫਰਲਾਂਗ ਕੂ ਤੇ ਜਾ ਕੇ ਉਸਨੇ ਸੋਚਿਆ ਇਹ ਦੂਰ ਹੈ, ਪਹੁੰਚ ਨਹੀਂ ਸਕਾਂਗਾ।
ਫਿਰ ਉਹ ਵਰਿਆਣੇ ਨਾਂ ਦੇ ਪਿੰਡ ਵੱਲ ਭੱਜਾ, ਉਹ ਵੀ ਉਹਨੂੰ ਦੂਰ ਲੱਗਾ। ਫਿਰ ਸੰਗਲ ਸੋਹਲ ਪਿੰਡ ਵੱਲ ਭੱਜਾ, ਉਸਨੂੰ ਵੀ ਦੂਰ ਸਮਝ ਕੇ ਅਖੀਰ ਜਦੋਂ ਉਹ ਨਾਹਲਾ ਪਿੰਡ ਵਾਲੇ ਪਾਸੇ ਨੂੰ ਦੌੜਿਆ ਤਾਂ ਉਹ ਵੀ ਉਨੀ ਹੀ ਦੂਰ ਸੀ। ਉਨੇ ਚਿਰ ਤੱਕ ਉਹ ਜ਼ਿਆਦਾ ਹੀ ਬੇਹਾਲ ਹੋ ਚੁੱਕਾ ਸੀ ਤੇ ਅਖੀਰ ਉਹ ਡਿੱਗ ਪਿਆ ਤੇ ਸ਼ੌ ਬੱਗੇ ਟਿੱਬੇ ਉੱਤੇ ਹੀ ਦਮ ਤੋੜ ਗਿਆ। ਇਹ ਸ਼ਾਹ ਬੱਗਾ ਟਿੱਬਾ ਸਾਡੀ ਜ਼ਮੀਨ ਦੇ ਐਨ ਵਿਚਕਾਰ ਸਥਿਤ ਸੀ। ਜਦੋਂ ਸਾਨੂੰ ਜ਼ਮੀਨ ਦੀ ਅਲਾਟਮੈਂਟ ਹੋ ਗਈ ਤੇ ਦਖਲ ਦੇਣ ਪਟਵਾਰੀ ਤੇ ਕਾਨੂੰਗੋ ਆਏ ਤਾਂ ਉਹ ਮੇਰੇ ਪਿਤਾ ਜੀ ਨੂੰ ਉਸ ਜ਼ਮੀਨ ਵਿੱਚ ਲੈ ਗਏ ਤੇ ਕਿਹਾ, ਇਹ 106 ਏਕੜ ਜ਼ਮੀਨ ਤੁਹਾਡੀ ਹੀ ਹੈ। ਇਹ ਸੁਣਦਿਆਂ ਹੀ ਜਦੋਂ ਮੇਰੇ ਪਿਤਾ ਜੀ ਨੇ ਜ਼ਮੀਨ ਵੱਲ ਨਿਗਾਹ ਮਾਰੀ ਤਾਂ ਉਹਨਾਂ ਨੂੰ ਗਸ਼ ਪੈ ਗਈ, ਕਿਉਂਕਿ ਇਹਦੇ ਮੁਕਾਬਲੇ ਵਿੱਚ ਅਸੀਂ ਜਿਹੜੀ ਜ਼ਮੀਨ ਲਾਇਲਪੁਰ ਛੱਡ ਕੇ ਆਏ ਸਾਂ ਉਹ ਲਾਇਲਪੁਰ ਸ਼ਹਿਰ ਦੀਆਂ ਕੰਧਾਂ ਦੇ ਨਾਲ ਸੀ ਤੇ 5 ਮੁਰੱਬੇ ਸਾਡੀ ਜ਼ਮੀਨ ਇਕੱਠੀ ਇੱਕ ਟੱਕ ਸੀ ਤੇ 5 ਮੁਰੱਬਿਆਂ ਨੂੰ ਵੱਖਰਾ ਨਹਿਰ ਦਾ ਮੋਗਾ ਲੱਗਿਆ ਹੋਇਆ ਸੀ। ਉੱਥੇ ਹਰ 5 ਮੁਰੱਬੇ ਵਿੱਚ ਇੱਕ ਵੱਖਰਾ ਮੋਗਾ ਸੀ। ਲਾਇਲਪੁਰ ਦੇ 2 ਬਾਜ਼ਾਰਾਂ ਦਾ ਕੂੜਾ ਸਾਡੇ ਗੱਡੇ ਲਿਆ ਕੇ ਖੇਤਾਂ ਵਿੱਚ ਪਾਉਂਦੇ ਰਹਿੰਦੇ ਸਨ। ਇਹ ਸ਼ਹਿਰ ਛਤਰੀ ਦੀ ਤਰਜ਼ ਤੇ ਹੈ ਤੇ ਛਤਰੀ ਦੀਆਂ ਤਾਰਾਂ ਵਾਂਗ ਹੀ ਇਸ ਦੇ 8 ਬਾਜ਼ਾਰ ਹਨ ਤੇ ਵਿਚਕਾਰ ਘੰਟਾ ਘਰ ਹੈ। 2 ਬਾਜ਼ਾਰਾਂ ਦਾ ਕੂੜਾ ਸਭ ਤੋਂ ਵਧੀਆ ਗਿਣਿਆ ਜਾਂਦਾ ਸੀ, ਕੰਜਰਾਵਾਲਾ ਬਾਜ਼ਾਰ ਤੇ ਰੇਲ ਬਾਜ਼ਾਰ। ਉਦੋਂ ਫਲਸ਼ ਸਿਸਟਮ ਨਹੀਂ ਸੀ ਹੁੰਦਾ, ਇਸ ਲਈ ਗੰਦ ਨੂੰ ਚੁੱਕਣ ਵਾਲੇ, ਜਿਨ੍ਹਾਂ ਨੂੰ ਮੈਲਾ ਚੁੱਕਣ ਵਾਲੇ ਕਹਿੰਦੇ ਸਨ, ਘਰਾਂ ਵਿੱਚੋਂ ਲਿਆ ਕੇ ਸਾਡੇ ਪਹਿਲਾਂ ਤੋਂ ਖਲੋਤੇ 4 ਗੱਡਿਆਂ ਵਿੱਚ ਭਰ ਦਿੰਦੇ ਸਨ ਤੇ ਸਾਡੇ ਬੰਦੇ ਜਿਹੜੇ ਕਿ ਮੈਲਾ ਚੁੱਕਣ ਤੇ ਲਿਆਉਣ ਦਾ ਹੀ ਕੰਮ ਕਰਦੇ ਸਨ, ਉਹ 4 ਗੱਡੇ ਬੋਲਦ ਜੋ ਕੇ ਲੈ ਆਉਂਦੇ ਸਨ ਤੇ 4 ਖਾਲੀ ਗੱਡੇ ਉੱਥੇ ਖੜੇ ਕਰ ਆਉਂਦੇ ਸਨ। ਇਸ ਤਰ੍ਹਾਂ ਮੀਂਹ ਜਾਵੇ ਹਨੇਰੀ ਜਾਵੇ ਇਹ ਕੰਮ ਨਿਰੰਤਰ ਚੱਲਦਾ ਰਹਿੰਦਾ ਸੀ। ਮਨੁੱਖਾਂ ਦਾ ਇਹੋ ਨਿਰੋਲ ਗੰਦ ਫਸਲਾਂ ਲਈ ਨਿਰਾ ਸੋਨਾ ਸੀ। ਗੋਭੀ ਤੇ ਆਲੂ ਸਾਡੇ ਖੇਤਾਂ ਵਿੱਚ ਉੱਲਰਦੇ ਆਉਂਦੇ ਸਨ। ਲਾਇਲਪੁਰ ਸ਼ਹਿਰ ਦੀ ਮਿਊਨਿਸਪਲ ਕਮੇਟੀ ਬਕਾਇਦਾ ਇਹਨਾਂ ਬਾਜ਼ਾਰਾਂ ਦੇ ਕੂੜੇ ਦੀ ਨਿਲਾਮੀ ਕਰਦੀ ਸੀ ਤੇ ਜ਼ਿਮੀਂਦਾਰਾਂ ਵੱਲੋਂ ਵੱਧ ਚੜ੍ਹ ਕੇ ਬੋਲੀ ਦਿੱਤੀ ਜਾਂਦੀ ਸੀ। ਹਰ ਕੋਈ ਇਹਨਾਂ ਬਾਜ਼ਾਰਾਂ ਦਾ ਕੂੜਾ ਲੈਣਾ ਚਾਹੁੰਦਾ ਸੀ, ਇਸ ਲਈ ਬੋਲੀ ਦਿੰਦਿਆਂ ਤਲਖੀ ਵੀ ਹੋ ਜਾਂਦੀ ਸੀ ਤੇ ਗੋਲੀ ਚੱਲਣ ਤੱਕ ਦੀ ਨੌਬਤ ਆਉਂਦੀ ਸੀ। ਕਈ ਵਾਰ ਮੁਕਾਬਲਾ ਕਰਦਿਆਂ ਕੂੜੇ ਦੀ ਨਿਲਾਮੀ ਦਾ ਮੁੱਲ ਦੁੱਗਣੇ ਤੋਂ ਵੀ ਵੱਧ ਜਾਂਦਾ ਸੀ। 2 ਮੁਰੱਬੇ ਜ਼ਮੀਨ ਸਾਡੀ ਨਵੇਂ ਪਿੰਡ ਸੀ, ਉਹ ਵੀ ਨਹਿਰ ਦੇ ਮੋਗੇ ਦੇ ਨਾਲ ਲੱਗਦੀ ਸੀ। ਗੱਲ ਕੀ 7 ਮੁਰੱਬੇ ਜ਼ਮੀਨ ਐਸੀ ਸੀ ਕਿ ਪੰਜਾਬੀ ਦੀ ਕਹਾਵਤ ਵਾਂਗ ਬੰਦਾ ਵੱਢ ਕੇ ਬੀਜਿਆਂ ਵੀ ਦੂਜੇ ਦਿਨ ਉੱਗ ਪੈਂਦਾ ਸੀ ਤੇ ਇੱਥੇ ਕਰਬਲਾ ਦਾ ਟਿੱਬਾ ਸ਼ੌ ਬੱਗਾ ਮਿਲਿਆ। ਇੱਧਰ ਥੋੜ੍ਹੀ ਜਿਹੀ ਜ਼ਮੀਨ ਪਿੰਡ ਦੇ ਲਾਗੇ ਵੀ ਮਿਲੀ, ਪਰ ਉਹ ਖੂਹਾਂ ਦੀ ਸਿੰਜਾਈ ਵਾਲੀ ਸੀ। ਦੁਆਬੇ ਵਿੱਚ ਖੂਹ ਤੇ ਜੋਣ ਵਾਲੀ ਇੱਕ ਜੋੜੀ ਬੋਲਦ ਮਸਾਂ 2 ਸਾਲ ਕੱਢਦੀ ਸੀ ਤੇ ਉੱਪਰੋਂ ਥੱਲੇ ਖੂਹ ਵਿੱਚ ਵੇਖਿਆ ਪਾਣੀ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਦੂਰ ਅਸਮਾਨ ਵਿੱਚ ਕੋਈ ਤਾਰਾ ਲਿਸ਼ਕਦਾ ਹੋਵੇ। ਖੂਹ ਦੇ ਲਾਗੇ 2.5 ਏਕੜ ਫਸਲ ਪਲਦੀ ਸੀ। ਮੇਰੇ ਪਿਤਾ ਜੀ ਨੂੰ ਬਹੁਤ ਗਹਿਰਾ ਸਦਮਾ ਲੱਗਾ, ਪਰ ਕਰ ਕੀ ਸਕਦੇ ਸਨ। ਉਹਨਾਂ ਨੇ ਮਹਿਕਮਾ ਮੁੜ ਵਸਾਊ ਨੂੰ ਦਰਖਾਸਤ ਦੇ ਕੇ ਉਹ ਜ਼ਮੀਨ ਕੈਂਸਲ ਕਰਕੇ ਹੋਰ ਕਿਤੇ ਸ਼ਹਿਰ ਦੇ ਲਾਗੇ ਉਪਜਾਊ ਜ਼ਮੀਨ ਦੇਣ ਦੀ ਬੇਨਤੀ ਕੀਤੀ। 3-4 ਪਿੰਡ ਸ਼ੇਖਾ, ਕੋਟਲਾ, ਸੁੱਚੀ ਪਿੰਡ ਵਗੈਰਾ ਦੇ ਲੋਕਾਂ ਦੀ ਜ਼ਮੀਨ ਪਾਕਿਸਤਾਨ ਵਿੱਚ ਸ਼ਹਿਰ ਤੋਂ 16ਵੇਂ ਮੀਲ ਤੇ ਸੀ, ਪਰ ਇੱਥੇ ਉਹਨਾਂ ਨੂੰ ਸ਼ਹਿਰ ਦੇ ਮੁੱਢ ਜ਼ਮੀਨ ਪੈ ਗਈ ਤਾਂ ਸਰਕਾਰ ਨੇ ਉਹਨਾਂ ਨੂੰ 50% ਕੱਟ ਲਾਈ ਤੇ ਉਸ ਕੱਟ ਲੱਗਣ ਨਾਲ ਜਿਹੜੀ ਜ਼ਮੀਨ ਖਾਲੀ ਹੋਈ ਉਹ ਸਾਨੂੰ ਅਲਾਟ ਕਰ ਦਿੱਤੀ। ਇਹ ਕੁਝ ਸਾਡੇ ਕਹਿਣ ਕਰਕੇ ਨਹੀਂ ਸੀ ਹੋਇਆ, ਸਰਕਾਰ ਉਹਨਾਂ ਨੂੰ ਪਹਿਲਾਂ ਹੀ ਕੱਟ ਲਾ ਚੁੱਕੀ ਸੀ। ਇਹ ਜ਼ਮੀਨ ਬਹੁਤ ਉਪਜਾਊ ਤੇ ਪੱਧਰੀ ਸੀ, ਪਰ ਸੀ ਖੂਹਾਂ ਨਾਲ ਹੀ ਸਿੰਜਣ ਵਾਲੀ, ਕਿਉਂਕਿ ਨਹਿਰ ਤਾਂ ਜਲੰਧਰ ਜ਼ਿਲ੍ਹੇ ਵਿੱਚ ਉਦੋਂ ਕੋਈ ਹੈ ਹੀ ਨਹੀਂ ਸੀ। ਉਹਨਾਂ ਪਿੰਡ ਦੇ ਲੋਕਾਂ ਨੇ ਸਰਕਾਰ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਰਿਟ ਦਾਇਰ ਕੀਤੀ। ਹਾਈ ਕੋਰਟ ਨੇ ਕੱਟ ਲਾਉਣ ਵਾਲਾ ਫੈਸਲਾ ਬਹਾਲ ਰੱਖਿਆ, ਪਰ ਸੁਪਰੀਮ ਕੋਰਟ ਨੇ ਉਹਨਾਂ ਦੀ ਅਪੀਲ ਮਨਜ਼ੂਰ ਕਰ ਲਈ। ਉਹਨਾਂ ਲੋਕਾਂ ਦੇ ਵਕੀਲ ਸਰਦਾਰ ਰਣਜੀਤ ਸਿੰਘ ਨਰੂਲਾ ਸਨ, ਜਿਹੜੇ ਬਾਅਦ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਬਣੇ। ਸੁਪਰੀਮ ਕੋਰਟ ਨੇ ਉਸ ਕੇਸ ਵਿੱਚ ਬੜਾ ਅਜੀਬ ਤੇ ਇਤਿਹਾਸਕ ਫੈਸਲਾ ਕੀਤਾ। ਜੱਜਾਂ ਨੇ ਸਰਕਾਰ ਨੂੰ ਪੁੱਛਿਆ ਕਿ ਜਦੋਂ ਤੁਸੀਂ ਇਹਨਾਂ ਲੋਕਾਂ ਨੂੰ ਇਹਨਾਂ ਪਿੰਡਾਂ ਵਿੱਚ ਜ਼ਮੀਨ ਅਲਾਟ ਕੀਤੀ ਸੀ ਤਾਂ ਇਹਨਾਂ ਨੂੰ ਦੱਸਿਆ ਸੀ ਕਿ ਇਹ ਸਭ ਅਰਬਨ ਲੈਂਡ ਹੈ ਤੇ ਬਾਅਦ ਵਿੱਚ ਤੁਹਾਨੂੰ ਕੱਟ ਵੀ ਲਾਈ ਜਾ ਸਕਦੀ ਹੈ। ਸਰਕਾਰ ਨੇ ਕਿਹਾ ਨਹੀਂ। ਸੁਪਰੀਮ ਕੋਰਟ ਨੇ ਕਿਹਾ
जे तुसीं इन्हां नूं इह गल पहिलां दस दिंदे तां फिर उन्हां दी मर्जी हुंदी, भावें इह ਜ਼ਮੀਨ लैंदे नहीं तां शहर तो दूर किते लै लैंदे। तुसीं पेंडू ਜ਼ਮੀਨ ਨੂੰ ਆਪਣੀ ਮਰਜ਼ੀ ਨਾਲ ਹੀ ਸਬ ਅਰਬਨ ਲੈਂਡ ਕਿਹੜੇ ਕਾਨੂੰਨ ਨਾਲ ਬਣਾ ਧਰਿਆ ਹੈ। ਇਹ ਮਹਿਕਮਾ ਮੁੜ ਵਸਾਊ ਹੈ ਕਿ ਮੁੜ ਉਜਾੜ ਕੇ ਵਸਾਊ ਹੈ। ਸੁਪਰੀਮ ਕੋਰਟ ਨੇ ਕਿਹਾ, ਛਤਰੀ ਤੇ ਬੈਠੇ ਕਬੂਤਰਾਂ ਨੂੰ ਅਸਮਾਨ ਵਿੱਚ ਉਡਾ ਕੇ ਮੁੱਢੋਂ ਸੁੱਢੋਂ ਛਤਰੀ ਖਾਲੀ ਕਰਵਾ ਕੇ ਪਹਿਲਾਂ ਤੋਂ ਅਸਮਾਨ ਵਿੱਚ ਉੱਡ ਰਹੇ ਕਬੂਤਰਾਂ ਨੂੰ ਉਸ ਛਤਰੀ ਤੇ ਬਿਠਾਉਣਾ ਕਿੱਧਰ ਦਾ ਮੁੜ ਵਸਾਊ ਕੰਮ ਹੈ। ਜਦੋਂ ਸਰਕਾਰ ਹਾਰ ਗਈ ਤਾਂ ਨਾਲ ਹੀ ਸਾਡਾ ਵੀ ਕੀਰਤਨ ਸੋਹਿਲਾ ਪੜਿਆ ਗਿਆ। ਕਹਿੰਦੇ ਹਨ ਜਦੋਂ ਸੰਡਾ ਮਰ ਜਾਏ ਤਾਂ ਚੰਮ ਜੂਆਂ ਵੀ ਨਾਲ ਹੀ ਮਰ ਜਾਂਦੀਆਂ ਹਨ। ਇਸ ਤਰ੍ਹਾਂ ਸਰਕਾਰ ਦੀ ਇਸ ਕਾਨੂੰਨੀ ਤੇ ਤਕਨੀਕੀ ਗਲਤੀ ਦਾ ਖਮਿਆਜ਼ਾ ਸਾਨੂੰ ਵੀ ਭੁਗਤਣਾ ਪਿਆ ਤੇ ਅਸੀਂ ਦੁਬਾਰਾ ਉੱਜੜ ਗਏ। ਸਾਡਾ ਮੁਕੱਦਮੇ ਤੇ ਪੈਸਾ ਵੀ ਬੜਾ ਲੱਗਾ। ਹੋਰ ਕਿਤੇ ਜ਼ਮੀਨ ਵੀ ਹੁਣ ਨਹੀਂ ਸੀ ਬਚੀ ਜਿਹੜੀ ਸਾਨੂੰ ਮਿਲਦੀ। ਸਾਡਾ ਹਾਲ ਹੁਣ ਇਹ ਸੀ ਜਿਵੇਂ ਇੱਕ ਬੰਦੇ ਦੀ ਕਾਰ ਵਿੱਚ ਉਨਾ ਹੀ ਪੈਟਰੋਲ ਸੀ ਜਿੰਨੇ ਨਾਲ ਉਹ ਪੈਟਰੋਲ ਪੰਪ ਤੱਕ ਪਹੁੰਚ ਸਕੇ ਤੇ ਉਸ ਕੋਲ ਰੁਪਏ ਵੀ ਸਿਰਫ 20 ਹੀ ਸਨ। ਉਹ ਪੈਟਰੋਲ ਪੰਪ ਤੇ ਗਿਆ ਤੇ ਤੇਲ ਪਵਾ ਕੇ ਘਰ ਆ ਗਿਆ। ਹੁਣ ਨਾ ਉਸ ਕੋਲ ਪੈਟਰੋਲ ਸੀ ਤੇ ਨਾ ਪੈਸੇ, ਜਦੋਂ ਕਿ ਪਹਿਲਾਂ ਸਗੋਂ ਉਸ ਕੋਲ ਪੈਟਰੋਲ ਵੀ ਸੀ ਤੇ 20 ਰੁਪਏ ਵੀ ਸਨ। ਪਹਿਲਾਂ ਤਾਂ ਸਾਡੇ ਕੋਲ ਮਾੜੀ ਹੀ ਸਹੀ 106 ਏਕੜ ਜ਼ਮੀਨ ਸੀ ਤੇ ਗੁਜ਼ਾਰੇ ਜੋਗੇ ਕੁਝ ਪੈਸੇ ਵੀ ਸਨ, ਪਰ ਹੁਣ ਨਾ ਪੈਸੇ ਸਨ ਨਾ ਜ਼ਮੀਨ, ਕਿਉਂਕਿ 10-12 ਸਾਲ ਦੇ ਸਮੇਂ ਵਿੱਚ ਸਾਰੀਆਂ ਜ਼ਮੀਨਾਂ ਲਾਟ ਹੋ ਚੁੱਕੀਆਂ ਸਨ। ਪਰ ਫਿਰ ਵੀ ਮੇਰੇ ਪਿਤਾ ਜੀ ਨੇ ਦਿਲ ਨਾ ਛੱਡਿਆ ਤੇ ਥੋੜੀ ਜ਼ਮੀਨ ਪਿੰਡ ਵਰਿਆਣਾ, ਉਹ ਜ਼ਮੀਨ ਜਿਹੜੀ ਅਸਾਂ ਛੱਡੀ ਸੀ ਸ਼ਾਹ ਬੱਗੇ ਟਿੱਬੇ ਦੇ ਲਾਗੇ, ਥੋੜੀ ਜਿਹੀ ਜ਼ਮੀਨ ਸੁੱਚੀ ਪਿੰਡ ਤੇ ਬਾਕੀ ਦੀ ਪਿੰਡ ਲੱਦੜ ਵਿੱਚ ਜਿਵੇਂ ਕਿਵੇਂ ਵੀ ਸੀ ਮੁੜ ਅਲਾਟ ਕਰਵਾਈ। ਮੇਰੇ ਪਿਤਾ ਜੀ ਮੈਨੂੰ ਲਾ ਕਰਵਾ ਕੇ ਵਕੀਲ ਬਣਾਉਣਾ ਚਾਹੁੰਦੇ ਸਨ। ਸਾਡੀ ਜ਼ਮੀਨ ਤਾਂ ਭਾਵੇਂ ਅਜੇ ਵੀ ਲੋਕਾਂ ਦੇ ਹਿਸਾਬ ਨਾਲ ਕਾਫੀ ਸੀ, ਪਰ ਜ਼ਮੀਨ ਤੋਂ ਖਾਸ ਆਮਦਨ ਨਹੀਂ ਸੀ। ਫਿਰ ਵੱਡੇ ਜ਼ਿਮੀਂਦਾਰਾਂ ਕੋਲੋਂ ਜ਼ਮੀਨ ਖੋਹਣ ਦਾ ਇੱਕ ਨਵਾਂ ਕਾਨੂੰਨ, ਜਿਸ ਦਾ ਨਾਂ ਸਿਕਿਉਰਿਟੀ ਆਫ ਲੈਂਡ ਟੈਨਿਓਰ ਐਕਟ 1953 ਸੀ, ਬਣਿਆ, ਜਿਸ ਵਿੱਚ ਪਾਕਿਸਤਾਨ ਤੋਂ ਆਈਆਂ ਲਈ ਵੱਧ ਤੋਂ ਵੱਧ ਜ਼ਮੀਨ ਦੀ ਹੱਦ 50 ਏਕੜ ਤੇ ਲੋਕਲਾਂ ਵਾਸਤੇ ਜਿਹੜੇ ਉੱਜੜ ਕੇ ਨਹੀਂ ਸਨ ਆਏ 30 ਏਕੜ ਰੱਖੀ ਗਈ ਸੀ। ਬਾਕੀ ਜ਼ਮੀਨ ਖੋਹ ਕੇ ਮੁਜਾਰਿਆਂ ਨੂੰ ਦਿੱਤੀ ਜਾਣੀ ਸੀ। ਜਦੋਂ ਇਹ ਕਾਨੂੰਨ ਬਣਿਆ ਤਾਂ ਸਾਡੀ 28 ਏਕੜ ਜ਼ਮੀਨ ਵਾਧੂ ਪੂਲ ਵਿੱਚ ਚਲੀ ਗਈ ਤੇ ਸਰਕਾਰ ਨੇ ਉਹ ਮੁਜਾਰਿਆਂ ਨੂੰ ਅਲਾਟ ਕਰ ਦਿੱਤੀ। ਉਸ ਜ਼ਮੀਨ ਦੇ ਮੁਆਵਜ਼ੇ ਦੇ ਤੌਰ ਤੇ ਸਾਨੂੰ 560 ਰੁਪਏ ਫੀ ਏਕੜ ਦੇ ਹਿਸਾਬ ਨਾਲ 10 ਸਾਲਾਂ ਵਿੱਚ ਪੈਸੇ ਮਿਲਣੇ ਸਨ, ਜੋ ਬਹੁਤ ਬਾਅਦ ਵਿੱਚ ਜਾ ਕੇ ਮਿਲੇ। ਇੱਥੇ ਵੀ ਸਾਨੂੰ ਬੜੀ ਤਕੜੀ ਮੁਕੱਦਮੇਬਾਜ਼ੀ ਕਰਨੀ ਪਈ। ਆਰਥਿਕ ਤੌਰ ਤੇ ਸਾਡਾ ਲੱਕ ਟੁੱਟ ਚੁੱਕਾ ਸੀ ਤੇ ਅਸੀਂ ਆਰਥਿਕ ਪੱਖੋਂ ਬੜੇ ਕਮਜ਼ੋਰ ਸਾਂ, ਪਰ ਲੋਕ ਸਾਨੂੰ ਅਜੇ ਵੀ ਲੈਂਡਲਾਰਡ ਹੀ ਸਮਝਦੇ ਸਨ। ਸਾਡੀ ਗੱਲ ਮਰ ਬੁੱਢੜੀ ਗੀਤੜੇ ਗਾਵੇ ਤੇ ਲੋਕਾਂ ਭਾਣੇ ਵਿਆਹ ਵਾਲੀ ਸੀ। 1965 ਵਿੱਚ ਭਾਰਤ ਪਾਕਿਸਤਾਨ ਜੰਗ ਹੋਈ ਤਾਂ ਮੈਂ ਉਦੋਂ DAV ਕਾਲਜ ਜਲੰਧਰ ਵਿੱਚ ਪੜ੍ਹਦਾ ਸੀ। ਉਦੋਂ ਮੈਂ NCC ਦਾ C ਸਰਟੀਫਿਕੇਟ ਹਾਸਲ ਕਰ ਚੁੱਕਾ ਸੀ ਤੇ ਭਾਰਤ ਪੱਧਰ ਦਾ NCC ਦਾ ਇੱਕ ਕੈਂਪ, ਜਿਸ ਦਾ ਨਾਂ ਆਲ ਇੰਡੀਆ ਐਡਵਾਂਸਡ ਲੀਡਰਸ਼ਿਪ ਕੋਰਸ ਕੈਂਪ ਸੀ ਤੇ ਇਹ ਕੈਂਪ ਮਦਰਾਸ ਲੱਗਾ ਸੀ, ਵਿੱਚ ਵੀ ਭਾਗ ਲੈ ਚੁੱਕਾ ਸਾਂ। ਇਸ ਤੋਂ ਪਹਿਲਾਂ 1964 ਵਿੱਚ ਦਿੱਲੀ ਵਿੱਚ ਹੋਣ ਵਾਲੀ 26 ਜਨਵਰੀ ਦੀ ਪਰੇਡ, ਜਿਸ ਦਾ ਅਭਿਆਸ ਪੂਰਾ 1 ਮਹੀਨਾ ਪਹਿਲਾਂ ਸ਼ੁਰੂ ਹੋ ਜਾਂਦਾ ਹੈ, ਵਿੱਚ ਵੀ ਮੈਂ ਭਾਗ ਲਿਆ ਸੀ। ਇਹਨਾਂ ਸਾਰੀਆਂ ਗੱਲਾਂ ਕਰਕੇ ਮੈਨੂੰ 1965 ਵਿੱਚ ਫੌਜ ਵਿੱਚ ਕਮਿਸ਼ਨ ਮਿਲ ਗਿਆ, ਪਰ ਇਹ ਖਬਰ ਸੁਣ ਕੇ ਖੁਸ਼ ਹੋਣ ਦੀ ਥਾਂ ਮੇਰੇ ਪਿਤਾ ਜੀ ਦੀਆਂ ਭੁੱਬਾਂ ਨਿਕਲ ਗਈਆਂ ਤੇ ਉਹਨਾਂ ਦੇ ਮੂੰਹੋਂ ਨਿਕਲਿਆ, ਬਸ ਹੁਣ ਰਹਿੰਦੀ ਖੁੰਦੀ ਜ਼ਮੀਨ ਵੀ ਗਈ ਸਮਝੋ। ਤੂੰ ਭਾਵੇਂ ਅਫਸਰ ਬਣ ਕੇ ਮੋਢੇ ਤੇ ਪਿੱਤਲ ਤੇ ਲਾਈ ਫਿਰੇਂਗਾ, ਪਰ ਇੱਧਰ ਬਾਕੀ ਬਚੀ ਜ਼ਮੀਨ ਵੀ ਮੁਜਾਰੇ ਸਾਂਭ ਜਾਣਗੇ। ਮੈਨੂੰ ਉਹਨਾਂ ਦੀ ਇਸ ਸੱਚੀ ਭਵਿੱਖਬਾਣੀ ਅੱਗੇ ਝੁਕਣਾ ਪਿਆ ਤੇ ਕਾਲਜ ਛੱਡਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਖੇਤੀਬਾੜੀ ਵਿੱਚ ਜੁਟ ਗਿਆ। ਪੰਜਾਬ ਦੀ ਇੱਕ ਕਹਾਵਤ ਹੈ, ਲਾਹੌਰ ਢਹਿੰਦਾ ਵੀ ਢਊ ਤੇ ਕਿਸੇ ਪਿੰਡ ਜਿੱਡਾ ਤੇ ਰਹੂ। ਦੂਸਰੇ ਪਾਸੇ ਅਜੇ ਵੀ ਸਮਾਜ ਸਾਨੂੰ ਅਮੀਰਾਂ ਵਿੱਚੋਂ ਗਿਣਦਾ ਸੀ, ਭਾਵੇਂ ਸਾਡਾ ਗੁਜ਼ਾਰਾ ਵੀ ਔਖਾ ਜਿਹਾ ਹੀ ਸੀ। ਮੇਰੇ ਪੜਦਾਦਾ ਜੀ ਸਰਦਾਰ ਵਜੀਰ ਸਿੰਘ, ਜਿਹੜੇ ਪਿੰਡ ਮਾਨਾਂਵਾਲਾ ਜ਼ਿਲ੍ਹਾ ਅੰਮ੍ਰਿਤਸਰ ਤੋਂ ਆਪਣੀ 18 ਏਕੜ ਜ਼ਮੀਨ ਦੇ ਹੁੰਦਿਆਂ ਵੀ ਜਦੋਂ 12 ਆਬਾਦ ਹੋਈਆਂ ਤਾਂ ਪਾਕਿਸਤਾਨ ਗਏ ਸਨ, ਤੇ ਮੇਰੇ ਬਾਬਾ ਜੀ ਸਰਦਾਰ ਅਰੂੜ ਸਿੰਘ
जिन्हां ने मेरे परदादे नूं 2 मुरब्बे मिली जमीन तो वधा के अग्गों 3 मुरब्बे होर मुल लैके 5 मुरब्बे इक्को थां कर लई सी। उन्हां दे नां दा उकरिया होया पत्थर अजे भी एक खूह विच लगा होया है, जिस नूं उन्हां ने राहियां दे पानी पीण लई लवाया सी। अग्गों मेरे पिता जी ने 2 मुरब्बे जमीन होर लई। साडियां 3 पीढ़ियां ने जमीन विच वाधा कीता सी। चौथी पीढ़ी मेरी आई तां जमीन दिनों दिन घटन लगी। हालांकि मेरा इस विच कोई कसूर नहीं सी। मेरे पिता जी ने भी बहुत ही चंगे दिन वेखे सन। असी 8-10 पीढ़ियां तो इकल्ले इकल्ले ही तुरे आउंदे हां ते मेरे तक पिछलियां 10 पीढ़ियां तो सिख हां। जे 10 पीढ़ियां का हिसाब लाया जाए तो यह समा साहिब श्री गुरु गोबिंद सिंह जी के समय के नेड़े तेड़े ही चला जाता है। हो सकता है कि साडे किसी वड्डे वडेरे ने गुरु जी के दर्शन भी किए होण ते उन्हां नाल जंगा युद्धां विच भाग भी लिया होवे। मैं अपने पिता जी नूं तिल तिल मारदे वेख्या है। मेरी मेहनत तो वह बहुत खुश ते प्रभावित सन। मैं दिन विच 16-16 घंटे ट्रैक्टर चलाउंदा सां, भज नੱਠ करके ट्यूबवैल लवाए, पर फिर भी खूह दी मिट्टी खूह नूं लगदी जांदी सी। इन्नी मेहनत के बावजूद खुला पैसा कदे नहीं सी आउंदा। फिर एक होर पाउंदी इट सिर विच आण वजी। खेती दी एक परिवार दी जमीन दी हद वध तो वध 7 हैक्टेयर अर्थात 17.5 एकड़ मिथी गई। इस एक्ट का नाम लैंड रिफॉर्म एक्ट 1972 सी ते जमीन खो के मुजारियां नूं देण दा यह दूजा कानून सी। इस दे लागू होण दी तरीक 1 साल पहलां दी अर्थात 31 मार्च 1971 रखी गई सी। इस तरह जिस बंदे दी जमीन 31 मार्च 1971 नूं 17.5 एकड़ तो वध सी, ਉਹ ਸਿੱਧਾ ही इस दी चपेट विच आ जांदा सी ते उस दी वाधू जमीन खो के मुजारियां नूं दित्ती जानी सी। साडी जमीन तां पहिलां ही सिक्योरिटी ऑफ लैंड टन्योर एक्ट 1953 थल्ले भी सरपलस होई सी। इसलिए साडी फाइल तां झट कैलकुलेटर एग्रेरियन दी मेज ते आ गई। मैं रिश्वत वगैरह दे के ਉਹ अमल रुकवाया। मेरा बेटा जे 3 महीने दा सी, उसदे नां जमीन लग चुकी सी, पर नाबालग लड़का ते मेरी पत्नी तां एक परिवार ही गिणिया जाना सी। मैं जी भयाणे ने अपनी वाधू जमीन वेचनी ला दित्ती ते अखंड पाठ भी सुख्या कि जे साडी जमीन छेती विक जावे तां अखंड पाठ करवावांगे। पिंड वरियाणा ते सुच्ची पिंड दी 37 किले जमीन वेचनी लाई। गाहक लगे जिसका पहला ही घट मुल 20,000 रुपए एकड़ मंगिया सी, उसकी 17,000 रुपए फी एकड़ की आवाज़ दलाल ने दिती। मैं झट साई फड़ लई। इस तरह दूजी का बाजार मुल 25,000 सी, वो 18,000 रुपए किले नूं वेच दिती क्योंकि गाहक इस तो वधदा नहीं सी। कानून बने दा रौला पै चुका सी ते नाले इहो जही आवाज़ तां चूहे दी खुड विच भी लोग सुन लैंदे हन। मरदा की ना करदा वांग जे सारा धन जांदा वेखीए तां अद्धा दईए वंड वाली गल सी। अखंड पाठ रखाया। गुरुद्वारे दा भाई पुछे अरदास की करा। हुण ओनू की आखिए भई जमीन विकी दी खुशी विच अखंड पाठ करवाया है। लोग खरीदण दी खुशी विच तां खुशियां करते हैं, पर अज तक वेचण की खुशी तां कदे किसी ने नहीं की। यह किसानी के इतिहास विच पहली बार सी। भाई जी ने अरदास भी गोल मोल जही कर दी। अखे मनोकामना पूरी हुई है। मेरिया दोहां मातावां दियां अखां विच अथरू सन, जिन्हां दा स्पष्टीकरण मेरी पत्नी ने बड़ी खच्चर विद्या नाल यह कह के दिता कि यह खुशी दे अथरू हैं। शहरी किसानां दी जमीन खोण दा तीजा कानून 1976 विच लागू किया गया। यह ਉਹ कानून सी जिस तो बचन लई सिख भज भज के हिंदू बनदा सी, पर उसनूं हिंदू नहीं सी समझिया जांदा। सिख दा हिंदू अजगर द्वारा निगले जान दा दुखांत भी बहुता करके इत्थों ही शुरू हुंदा है। जे सारी कहानी तो जाणू ना होईए तां फिर कोई समझ नहीं सकता कि यह दुखदाई भाणा किवें वापरिया। मैं ये समझदा हाँ कि लोकां नूं इस तरह दीयां निजी गल्लां नाल कोई दिलचस्पी नहीं हुंदी, पर यह मेरियां निजी गल्लां नहीं हन। यह सिखां दी दुख भरी कहानी दा ओह दर्दनाक हिस्सा है जिस नाल लगभग सारे ही चंगी रोटी खांदे छड्ड के आए पश्चिमी पंजाब दे किसानां दा संबंध है, जिन्हां नूं इधर आके उतला पत नहीं आया।
ਤੇ ਉਹਨਾਂ ਦੀ ਔਲਾਦ ਅੱਜ ਆਜ਼ਾਦੀ ਤੋਂ 54 ਸਾਲਾਂ ਬਾਅਦ ਵੀ ਇੱਧਰ ਗੁਲਾਮਾਂ ਵਾਂਗ ਹੀ ਜੀ ਰਹੀ ਹੈ। ਜਿਹੜੇ ਦਰਖਤ ਤੇ ਥੋੜੇ ਸਮੇਂ ਬਾਅਦ ਬਿਜਲੀ ਡਿੱਗਦੀ ਰਹੇ ਉਹ ਕਿਵੇਂ ਵੱਧ ਫੁੱਲ ਸਕਦਾ ਹੈ ਤੇ ਹਰਾ ਭਰਾ ਰਹਿ ਸਕਦਾ ਹੈ। ਹੁਣ ਤੱਕ ਪੰਜਾਬ ਦੇ ਕਿਸਾਨਾਂ ਤੇ 3 ਲੈਂਡ ਸੀਲਿੰਗਾਂ ਲੱਗੀਆਂ ਹਨ, ਜਦੋਂ ਕਿ ਨਾ ਤਾਂ ਕੋਈ ਸੀਲਿੰਗ ਇੰਡਸਟਰੀ ਤੇ ਲੱਗੀ ਹੈ ਤੇ ਨਾ ਹੀ ਕਿਸੇ ਵਪਾਰਕ ਅਦਾਰੇ ਜਾਂ ਦੁਕਾਨਾਂ ਵਰਗੇ ਹੋਰ ਕਾਰੋਬਾਰਾਂ ਤੇ। ਘੜੀ ਮੁੜੀ ਕਿਸਾਨ ਹੀ ਸਰਕਾਰ ਦਾ ਸ਼ਿਕਾਰ ਕਿਉਂ ਬਣਦਾ ਸੀ, ਇਸ ਦਾ ਵਿਚਾਰ ਅੱਗੇ ਚੱਲ ਕੇ ਕਰਾਂਗੇ। ਇਹ ਸਾਰੀ ਕਹਾਣੀ ਇੱਕ ਟੀਵੀ ਸੀਰੀਅਲ ਕਹਾਣੀ ਘਰ ਘਰ ਕੀ ਵਾਂਗ ਹੈ, ਮੇਰੀ ਇਕੱਲੇ ਦੀ ਨਹੀਂ। ਪਹਿਲਾ, ਲੈਂਡ ਟੈਨਿਓਰ ਐਕਟ 1953 ਜ਼ਮੀਨ ਦੀ ਰੱਖੀ ਜਾਣ ਦੀ ਹੱਦ ਪਾਕਿਸਤਾਨੋਂ ਆਇਆਂ ਲਈ 50 ਏਕੜ ਤੇ ਲੋਕਲਾਂ ਵਾਸਤੇ 30 ਏਕੜ। ਦੂਜਾ, ਲੈਂਡ ਰਿਫਾਰਮ ਐਕਟ 1972 ਜ਼ਮੀਨ ਦੀ ਰੱਖੀ ਜਾਣ ਦੀ ਹੱਦ 17.5 ਏਕੜ ਸਾਰਿਆਂ ਲਈ, ਜਿਸ ਵਿੱਚ ਪਤਨੀ ਤੇ ਨਾ ਬਾਲਗ ਬੱਚੇ ਵੀ ਸ਼ਾਮਲ ਸਨ। ਤੀਜਾ, ਅਰਬਨ ਲੈਂਡ ਸੀਲਿੰਗ ਐਕਟ 1976 ਜ਼ਮੀਨ ਦੀ ਰੱਖੀ ਜਾਣ ਦੀ ਹੱਦ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਸੀ। ਇਸ ਕਾਨੂੰਨ ਥੱਲੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ਹੀ ਆਉਂਦੇ ਸਨ ਤੇ ਵੱਧ ਤੋਂ ਵੱਧ ਰੱਖੀ ਜਾਣ ਵਾਲੀ ਜ਼ਮੀਨ ਦੀ ਹੱਦ 5 ਕਨਾਲ ਤੇ 4 ਕਨਾਲ ਫੀ ਪਰਿਵਾਰ ਸੀ। ਸੰਨ 1976 ਵਿੱਚ ਪੰਜਾਬ ਦੇ 3 ਵੱਡੇ ਸ਼ਹਿਰਾਂ ਜਲੰਧਰ, ਅੰਮ੍ਰਿਤਸਰ ਅਤੇ ਲੁਧਿਆਣਾ ਤੇ ਭਾਰਤ ਦੇ ਹੋਰ ਵੀ ਕਈ ਵੱਡੇ ਸ਼ਹਿਰਾਂ ਵਿੱਚ ਭਾਰਤ ਸਰਕਾਰ ਨੇ ਅਰਬਨ ਲੈਂਡ ਸੀਲਿੰਗ ਐਕਟ ਲਾਗੂ ਕਰ ਦਿੱਤਾ। ਅਰਬਨ ਲੈਂਡ ਸੀਲਿੰਗ ਐਕਟ ਕਹਿਣ ਨੂੰ ਉਹਨਾਂ ਲੋਕਾਂ ਲਈ ਬਣਾਇਆ ਗਿਆ ਸੀ ਜਿਨ੍ਹਾਂ ਕੋਲ ਕਾਲਾ ਧਨ ਸੀ ਤੇ ਉਹ ਜ਼ਮੀਨ ਦਾ ਟੁਕੜਾ ਸ਼ਹਿਰ ਵਿੱਚ ਖਰੀਦ ਕੇ ਰੱਖ ਛੱਡਦੇ ਸਨ, ਟੈਕਸ ਦੇਣ ਤੋਂ ਬਚ ਜਾਂਦੇ ਸਨ ਤੇ ਜ਼ਮੀਨ ਦੀ ਕੀਮਤ ਹਰ ਸਾਲ ਦੁੱਗਣੀ ਚੌਗਣੀ ਹੁੰਦੀ ਜਾਂਦੀ ਸੀ। ਇਸ ਕਾਨੂੰਨ ਨੂੰ ਪੰਜਾਬ ਦੇ 3 ਸ਼ਹਿਰਾਂ ਅੰਮ੍ਰਿਤਸਰ, ਜਲੰਧਰ ਅਤੇ ਲੁਧਿਆਣਾ ਵਿੱਚ ਲਾਗੂ ਕੀਤਾ ਗਿਆ। ਐਕਟ ਐਸੇ ਖਚਰੇ ਤਰੀਕੇ ਨਾਲ ਬਣਾਇਆ ਗਿਆ ਸੀ ਕਿ ਸ਼ਹਿਰ ਦੀ ਹੱਦ ਤੋਂ ਬਾਹਰ 8 ਕਿਲੋਮੀਟਰ ਦੀ ਖੇਤੀਬਾੜੀ ਵਾਲੀ ਸਾਰੀ ਜ਼ਮੀਨ ਤੇ ਵੀ ਇਹ ਲਾਗੂ ਹੁੰਦਾ ਸੀ। ਇਹ ਖੇਤੀ ਵਾਲੀ ਜ਼ਮੀਨ ਵੀ ਖਾਲੀ ਪਈ ਜ਼ਮੀਨ ਹੀ ਐਲਾਨ ਦਿੱਤੀ ਗਈ ਸੀ ਤੇ ਇਸ ਦੇ ਮੁਆਵਜ਼ੇ ਦਾ ਮੁੱਲ ਵੀ ਐਕਟ ਵਿੱਚ ਹੀ ਨਿਰਧਾਰਤ ਕਰ ਦਿੱਤਾ ਗਿਆ ਸੀ। ਇਹ ਮੁੱਲ ਸੀ 5 ਰੁਪਏ ਪ੍ਰਤੀ ਵਰਗ ਮੀਟਰ। ਇਸ ਹਿਸਾਬ ਨਾਲ 1 ਏਕੜ ਦਾ ਮੁੱਲ 17,500 ਰੁਪਏ ਫੀ ਏਕੜ ਬਣਦਾ ਸੀ। 5 ਰੁਪਏ ਮੀਟਰ ਉਦੋਂ ਕੋਈ ਕੱਪੜਾ ਨਹੀਂ ਸੀ ਮਿਲਦਾ। ਇੱਥੋਂ ਤੱਕ ਕਿ 1976 ਵਿੱਚ ਰਜਾਈਆਂ ਤੇ ਚੜਾਉਣ ਵਾਲੇ ਗਿਲਾਫ ਦੇ ਮਾਰਕੀਨ ਦੇ ਸਸਤੇ ਤੋਂ ਸਸਤੇ ਕੱਪੜੇ ਦਾ ਮੁੱਲ ਵੀ 11-12 ਰੁਪਏ ਮੀਟਰ ਸੀ। ਹੋਰ ਤਾਂ ਹੋਰ 5 ਰੁਪਏ ਮੀਟਰ ਤਾਂ ਮਾੜੇ ਤੋਂ ਮਾੜਾ ਕਾਗਜ਼ ਵੀ ਨਹੀਂ ਸੀ ਆਉਂਦਾ। ਉਪਰੋਕਤ 3 ਸ਼ਹਿਰਾਂ ਦੀ ਲੱਖਾਂ ਏਕੜ ਜ਼ਮੀਨ ਇਸ ਐਕਟ ਥੱਲੇ ਆ ਕੇ ਕਿਸਾਨਾਂ ਕੋਲੋਂ ਖੁੱਸ ਜਾਣੀ ਸੀ। ਇਹ ਮੁਕੱਦਮੇ ਸੁਪਰੀਮ ਕੋਰਟ ਤੱਕ ਗਏ। 10 ਸਾਲ ਤੱਕ ਲਈ ਬਣਾਇਆ ਇਹ ਕਾਨੂੰਨ ਮਸਾਂ ਕਿਤੇ 1986 ਵਿੱਚ ਜਾ ਕੇ ਖਤਮ ਹੋਇਆ। ਪਰ ਬਹੁਤ ਲੋਕਾਂ ਨੇ ਡਰਦੇ ਮਾਰੇ ਆਪਣੀ ਜ਼ਮੀਨ ਕੋਡੀਆਂ ਦੇ ਭਾਅ ਵੇਚ ਦਿੱਤੀ ਸੀ। ਇਹ 3 ਤਾਂ ਜ਼ਮੀਨ ਦੀਆਂ ਵੱਧ ਤੋਂ ਵੱਧ ਬੰਦਸ਼ਾਂ ਸਨ ਜਿਸ ਨੂੰ ਪੰਜਾਬ ਦੇ ਸਿੱਖਾਂ ਨੇ ਆਪਣੇ ਪਿੰਡੇ ਤੇ ਹੰਢਾਇਆ। ਹਿੰਦੂਆਂ ਦੀ ਗਿਣਤੀ ਇਹਨਾਂ ਵਿੱਚ ਮਸਾਂ 0.5% ਵੀ ਨਹੀਂ ਸੀ। ਇਹ 3 ਕਾਨੂੰਨ ਸਿੱਖਾਂ ਦੇ ਹੱਥ ਰੰਬਾ ਤੇ ਮੋਢੇ ਤੇ ਘਾਹ ਖੋਤ ਕੇ ਬੰਨਣ ਵਾਲੀ ਚਾਦਰ ਰਖਾ ਕੇ ਇਹਨਾਂ ਨੂੰ ਘਾਹੀ ਬਣਾਉਣ ਲਈ ਬਣਾਏ ਗਏ ਸਨ। ਇਹ ਸਮੇਂ-ਸਮੇਂ ਸਿੱਖਾਂ ਲਈ ਹਿੰਦੂ ਸਰਕਾਰਾਂ ਦਾ ਤੋਹਫਾ ਸੀ। ਆਜ਼ਾਦੀ ਤੋਂ ਪਹਿਲਾਂ ਸਿੱਖਾਂ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਹਿੰਦੂ ਐਡਾ ਵਿਰਾਟ ਰੂਪ ਧਾਰਨ ਕਰੇਗਾ। ਕੱਪੜੇ ਦੇ ਵਪਾਰੀਆਂ ਵਿੱਚ ਇਹ ਗੱਲ ਮਸ਼ਹੂਰ ਸੀ ਕਿ ਪਾਕਪਟਨ ਦੀ ਬਜਾਜੀ ਜਿਵੇਂ-ਜਿਵੇਂ ਵੇਖੇ ਤਿਵੇਂ-ਤਿਵੇਂ ਰਾਜੀ, ਜਿਵੇਂ-ਜਿਵੇਂ ਧੋਵੇ ਤਿਵੇਂ-ਤਿਵੇਂ ਰੋਵੇ। ਬਸ ਇਹੋ ਕੁਝ ਹੀ ਪੰਜਾਬ ਦੇ ਸਿੱਖਾਂ ਨਾਲ ਹੋਇਆ। ਹੁਣ ਜਿਵੇਂ-ਜਿਵੇਂ ਪਾਕਪਟਨ ਦੀ ਬਜਾਜੀ ਦੇ ਰੰਗ ਖੁਰਨ ਵਾਂਗ ਹਿੰਦੂ ਦਾ ਕੰਮ ਕਰਨ ਦਾ ਢੰਗ ਵੇਖਦੇ ਹਨ, ਤਿਵੇਂ-ਤਿਵੇਂ ਹੀ ਅੱਖਾਂ ਵਿੱਚ ਘਸੁੰਨ ਦੇ ਕੇ ਰੋਂਦੇ ਹਨ। 1970 ਵਿੱਚ ਇੱਕ ਹੋਰ ਮਾਰੂ ਕਾਨੂੰਨ ਖੇਤੀਬਾੜੀ ਵਾਲੀ ਜ਼ਮੀਨ ਤੇ ਵੈਲਥ ਟੈਕਸ ਲਾਉਣ ਦਾ ਵੀ ਬਣਿਆ ਸੀ। ਕਿਸੇ ਕਿਸਾਨ ਦੀ ਜਿੰਨੀ ਜ਼ਮੀਨ ਹੈ ਉਸ ਦੀ ਬਾਜ਼ਾਰੀ ਕੀਮਤ ਦੇ ਹਿਸਾਬ ਨਾਲ ਹੀ ਟੈਕਸ ਦੇਣਾ ਜ਼ਰੂਰੀ ਸੀ। ਇਸ ਦੇ ਨਾਲ ਹੀ ਜੇ ਕੋਈ ਜ਼ਮੀਨ ਮਾਲਕ ਮਰ ਜਾਵੇ ਤਾਂ ਉਹ ਜਿੰਨੇ ਮੁੱਲ ਦੀ ਜਾਇਦਾਦ ਛੱਡ ਕੇ ਮਰੇ, ਭਾਵੇਂ ਉਹ ਪੂਰੇ ਪੰਜਾਬ ਦੇ ਕਿਸੇ ਵੀ ਦੂਰ ਦੁਰਾਡੇ ਪਿੰਡ ਵਿੱਚ ਰਹਿੰਦਾ ਹੋਵੇ, ਸਿਰਫ ਉਸ ਦਾ ਸੌਣ ਵਾਲਾ ਮੰਜਾ ਤੇ ਭਾਂਡਿਆਂ ਜਿਸ ਵਿੱਚ ਉਹ ਰੋਟੀ ਖਾਂਦਾ ਸੀ ਨੂੰ ਛੱਡ ਕੇ ਬਾਕੀ ਸਾਰੀ ਛੱਡੀ ਹੋਈ ਜਾਇਦਾਦ ਦੀ ਕੀਮਤ ਤੇ ਟੈਕਸ ਲੱਗਦਾ ਸੀ
ਤੇ ਇਸ ਨੂੰ ਅਸਟੇਟ ਡਿਊਟੀ ਟੈਕਸ ਕਹਿੰਦੇ ਸਨ। ਇੱਕ ਹੱਦ ਤੇ ਜਾ ਕੇ ਇਹ ਟੈਕਸ 75% ਵੀ ਹੋ ਜਾਂਦਾ ਸੀ। ਇਸੇ ਤਰ੍ਹਾਂ ਹੀ ਕੋਈ ਕਿਸੇ ਨੂੰ ਹਿੱਬਾ ਕਰ ਦੇਵੇ ਤਾਂ ਉਸ ਉੱਤੇ ਗਿਫਟ ਟੈਕਸ ਲੱਗਦਾ ਸੀ। ਖੇਤੀਬਾੜੀ ਭੂਮੀ ਤੇ ਪਹਿਲਾਂ ਇਨਕਮ ਟੈਕਸ ਨਹੀਂ ਸੀ ਲੱਗਦਾ, ਪਰ ਇਸ ਕਾਨੂੰਨ ਥੱਲੇ ਇਹ ਵੀ ਲੱਗਣਾ ਸੀ। ਜੇ ਕੋਈ ਕਿਸਾਨ ਜ਼ਮੀਨ ਵੇਚ ਦੇਵੇ ਜਾਂ ਜੇ ਉਸਨੂੰ ਪਹਿਲਾਂ ਦੀ ਨਿਰਧਾਰਿਤ ਕੀਤੀ ਹੋਈ ਸਰਕਾਰੀ ਕੀਮਤ ਤੋਂ ਵੱਧ ਕੀਮਤ ਮਿਲ ਜਾਵੇ ਤਾਂ ਉਸ ਵੱਧ ਮਿਲੇ ਹੋਏ ਪੈਸਿਆਂ ਨੂੰ ਵੀ ਆਮਦਨ ਹੀ ਗਿਣਿਆ ਜਾਂਦਾ ਸੀ ਤੇ ਉਸ ਤੇ ਉਸੇ ਦਰ ਨਾਲ ਹੀ ਟੈਕਸ ਲੱਗਦਾ ਸੀ ਜਿਹੜਾ ਕਿਸੇ ਦੀ ਆਮਦਨ ਨੂੰ ਲੱਗਦਾ ਹੈ। ਇਸ ਟੈਕਸ ਵਾਲੇ ਕਾਨੂੰਨ ਨੇ ਲੋਕਾਂ ਦਾ ਸਾਹ ਬੰਦ ਕਰ ਦਿੱਤਾ। ਪੰਜਾਬ ਸਰਕਾਰ ਨੇ ਕਿਸਾਨਾਂ ਦੀ ਕੁਝ ਮਦਦ ਇਹ ਕਹਿ ਕੇ ਕੀਤੀ ਕਿ ਪਟਵਾਰੀ ਮਹਿਕਮਾ ਇਨਕਮ ਟੈਕਸ ਵਾਲਿਆਂ ਨੂੰ ਮਾਲ ਦਾ ਰਿਕਾਰਡ ਨਾ ਵਿਖਾਉਣ, ਪਰ ਇਸ ਨਾਲ ਕੀ ਫਰਕ ਪੈਣਾ ਸੀ। ਮਹਿਕਮਾ ਇਨਕਮ ਟੈਕਸ ਪਟਵਾਰੀਆਂ ਨੂੰ ਟਿੱਚ ਗਿਣਦਾ ਸੀ। ਉਹ ਹਰ ਇੱਕ ਕਿਸਾਨ ਨੂੰ ਇੱਕ ਵੱਡਿਓਂ ਹੀ ਨੋਟਿਸ ਭੇਜਣ ਲੱਗ ਪਏ। ਜਿਹੜਾ ਰਿਟਰਨ ਫਾਈਲ ਨਹੀਂ ਸੀ ਕਰਦਾ ਤੇ ਆਪਣੀ ਜਾਇਦਾਦ ਦੇ ਵੇਰਵੇ ਨਹੀਂ ਸੀ ਦਿੰਦਾ, ਉਸ ਨੂੰ ਉਹ ਅਟਕਲ ਪੱਚੂ ਹੀ ਟੈਕਸ ਲਾ ਦਿੰਦੇ। ਫਿਰ ਉਹ ਅਪੀਲਾਂ ਵਿੱਚ ਤੁਰਿਆ ਫਿਰੇ, ਉੱਪਰਲੀਆਂ ਅਦਾਲਤਾਂ ਨੂੰ ਦੱਸਦਾ ਫਿਰੇ ਕਿ ਮੇਰਾ ਟੈਕਸ ਇੰਨਾ ਨਹੀਂ ਸਗੋਂ ਘੱਟ ਬਣਦਾ ਹੈ। ਇਸ ਤਰ੍ਹਾਂ ਸਾਰਾ ਹਿਸਾਬ ਕਿਤਾਬ ਮਹਿਕਮੇ ਕੋਲ ਪਹੁੰਚ ਜਾਂਦਾ। ਕਿਸਾਨਾਂ ਦੇ ਬੜਾ ਨੱਕ ਵਿੱਚ ਦਮ ਆਇਆ। ਜ਼ਮੀਨ ਦੀ ਕੀਮਤ ਦਾ ਹਿਸਾਬ ਲਾਉਣ ਵਾਲੇ ਮਹਿਕਮੇ ਵੱਲੋਂ ਮੁਕਰਰ ਕੀਤੇ ਹੋਏ ਬੰਦਿਆਂ ਦੀ ਚਾਂਦੀ ਸੀ। ਆਮਦਨ ਕਰ ਵਕੀਲਾਂ ਦੇ ਦੋਹਾਂ ਹੱਥਾਂ ਵਿੱਚ ਲੱਡੂ ਤੇ ਸਿਰ ਕੜਾਹੀ ਵਿੱਚ ਸੀ। ਸ਼ਹਿਰ ਦੀ ਨੇੜੇ ਦੀ ਜ਼ਮੀਨ ਵਿੱਚੋਂ ਆਮਦਨ ਤਾਂ ਭਾਵੇਂ ਪਿੰਡਾਂ ਦੀ ਜ਼ਮੀਨ ਜਿੰਨੀ ਹੀ ਹੁੰਦੀ ਸੀ, ਪਰ ਕੀਮਤ ਪਿੰਡ ਦੀ ਜ਼ਮੀਨ ਨਾਲੋਂ ਕਈ ਗੁਣਾ ਜ਼ਿਆਦਾ ਸੀ। ਜਿੰਨਾ ਇਨਕਮ ਟੈਕਸ ਅਫਸਰ ਤੇ ਇੰਸਪੈਕਟਰ ਕਿਸਾਨਾਂ ਨੂੰ ਡਰਾਉਂਦੇ ਸਨ, ਉਸ ਤੋਂ ਵੀ ਜ਼ਿਆਦਾ ਉਹਨਾਂ ਦੇ ਆਪਣੇ ਵਕੀਲ ਉਹਨਾਂ ਨੂੰ ਡਰਾਉਂਦੇ ਸਨ, ਕਿਉਂਕਿ ਵਕੀਲ ਤੇ ਅਫਸਰ ਸਦਾ ਇਸ ਮਹਿਕਮੇ ਵਿੱਚ ਰਲ ਕੇ ਸਾਇਲ ਨੂੰ ਲੁੱਟਦੇ ਹਨ। ਵਕੀਲ ਫੀਸ ਵੱਖਰੀ ਲੈਂਦੇ ਤੇ ਸਾਹਿਬ ਨਾਲ ਮੁਕਾ ਕਰਵਾਉਣ ਲਈ ਰਿਸ਼ਵਤ ਦਾ ਗੱਫਾ ਵੱਖਰਾ ਲੈਂਦੇ ਹਨ। ਇਸ ਲਈ ਵੱਧ ਰਿਸ਼ਵਤ ਲੈਣ ਲਈ ਵੱਧ ਡਰਾਉਂਦੇ। ਮਾਡਲ ਟਾਊਨ ਜਲੰਧਰ ਦੇ ਸਰਦਾਰ ਗੁਰਨਾਮ ਸਿੰਘ, ਜੋ ਆਲੂਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਸਨ ਤੇ ਚੰਗੇ ਕਿਸਾਨ ਸਨ, ਇਸੇ ਤਰ੍ਹਾਂ ਹੀ ਦਿਲ ਫੇਲ ਹੋ ਕੇ ਰੱਬ ਨੂੰ ਪਿਆਰੇ ਹੋ ਗਏ ਸਨ। ਸਵੇਰੇ ਜਦੋਂ ਉਹ ਆਪਣੇ ਬਿਸਤਰੇ ਤੇ ਮਰੇ ਪਏ ਸਨ ਤਾਂ ਘਰਦਿਆਂ ਨੇ ਵੇਖਿਆ ਕਿ ਇੱਕ ਕਾਗਜ਼ ਤੇ ਜਰਬਾਂ ਤਕਸੀਮਾਂ ਦੇ ਕੇ ਟੈਕਸ ਦੀ ਰਕਮ ਦਾ ਹਿਸਾਬ ਬਣਾਇਆ ਹੋਇਆ ਸੀ। ਬਸ ਹਿਸਾਬ ਬਣਾਉਂਦੇ ਹੀ ਚੱਲ ਵਸੇ। ਇਸੇ ਤਰ੍ਹਾਂ ਹੀ ਇੱਕ ਹੋਰ ਕਿਸਾਨ ਜਿਸਨੇ ਬੜੀ ਮਿਹਨਤ ਨਾਲ ਜ਼ਮੀਨ ਬਣਾਈ ਸੀ, ਇਨਕਮ ਟੈਕਸ ਅਫਸਰ ਮਿਸਟਰ ਭਟਨਾਗਰ ਦੇ ਡਹੇ ਚੜ੍ਹ ਗਿਆ। ਉਹ ਰੋਜ਼ ਸ਼ਾਮ ਨੂੰ ਉਸ ਕੋਲ ਆਉਂਦਾ, ਪੀਟਰ ਸਕਾਟ ਵਿਸਕੀ ਤੇ ਮੁਰਗੇ ਖਾਂਦਾ ਤੇ ਪੈਗ ਪੀਂਦਾ ਵਿਚਾਰੇ ਉਸ ਕਿਸਾਨ ਨੂੰ ਡਰਾਈ ਵੀ ਜਾਂਦਾ। ਉਹ ਉਸ ਨੂੰ ਦੱਸਦਾ ਕਿ ਕਾਨੂੰਨ ਅਨੁਸਾਰ ਤੇਰੀ ਜਾਇਦਾਦ ਨੂੰ 76% ਟੈਕਸ ਲੱਗਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਵੇਂ ਉਸ ਬੱਕਰੀ ਨੂੰ ਛੋਲੇ ਚਾਰੇ ਜਾ ਰਹੇ ਹੋਣ ਜਿਹੜੀ ਸ਼ੇਰ ਅੱਗੇ ਬੱਧੀ ਹੋਵੇ। ਵਿਚਾਰੇ ਕਿਸਾਨ ਨੂੰ ਸ਼ਰਾਬ ਪੀਤੀ ਦਾ ਵੀ ਕੋਈ ਅਸਰ ਨਾ ਹੁੰਦਾ ਤੇ ਸਗੋਂ ਉਹਦੇ ਦਿਮਾਗ ਦਾ ਮੀਟਰ ਪੁੱਠੇ ਪਾਸੇ ਅਰਥਾਤ ਢਹਿੰਦੀ ਕਲਾ ਵੱਲ ਚੱਲਣ ਲੱਗ ਪੈਂਦਾ। ਸ਼ਰਾਬ ਪੀਣ ਦਾ ਫਾਇਦਾ ਇਹ ਹੁੰਦਾ ਹੈ ਕਿ ਇਹ ਬੰਦੇ ਨੂੰ ਦਲੇਰ ਕਰਦੀ ਹੈ ਤੇ ਜੇ ਇਹ ਮੁਰਦੇ ਦੇ ਮੂੰਹ ਵਿੱਚ ਪਾ ਦਿੱਤੀ ਜਾਵੇ ਤਾਂ ਇੱਕ ਵਾਰ ਤਾਂ ਉਹ ਵੀ ਉੱਠ ਕੇ ਬਹਿ ਜਾਂਦਾ ਹੈ ਤੇ ਦਬਕਾ ਮਾਰ ਕੇ ਪੁੱਛਦਾ ਹੈ, ਓਏ ਤੁਸਾਂ ਰੌਲਾ ਕਾਹਦਾ ਪਾਇਆ ਹੋਇਆ ਹੈ। ਉਸ ਤੋਂ ਬਾਅਦ ਭਾਵੇਂ ਉਹ ਦੁਬਾਰਾ ਮਰ ਜਾਵੇ। ਕਹਿੰਦੇ ਹਨ ਇੱਕ ਵਾਰ ਇੱਕ ਚੂਹੇ ਨੇ ਫਰਸ਼ ਤੇ ਪਿਆ ਸ਼ਰਾਬ ਦਾ ਇੱਕ ਤੁਪਕਾ ਚੱਟ ਲਿਆ ਤੇ ਉਸਨੇ ਨਾਲ ਦੇ ਚੂਹਿਆਂ ਨੂੰ ਕਿਹਾ, ਲਿਆਓ ਕਿਹੜੀ ਬਿੱਲੀ ਹੈ, ਮੈਂ ਉਹਨੂੰ ਕੰਨਾਂ ਤੋਂ ਫੜ ਕੇ ਉਹਦੇ ਗਲ ਵਿੱਚ ਟੱਲੀ ਬੰਨਾਂ। ਪਰ ਇੱਥੇ ਸ਼ਰਾਬ ਬੇਕਾਰ ਸੀ, ਕਿਉਂਕਿ ਉਹ ਕਿਸਾਨ ਸਮਝਦਾ ਸੀ ਕਿ ਜਿਸ ਤਰ੍ਹਾਂ ਦਰਬਾਰ ਸਾਹਿਬ ਅੰਮ੍ਰਿਤਸਰ ਕੜਾਹ ਪ੍ਰਸ਼ਾਦ ਕਰਵਾਈਏ, ਜਿਹੜਾ ਕਿ ਉਹ ਆਪ ਵੀ ਕਈ ਵਾਰ ਕਰਵਾ ਚੁੱਕਾ ਸੀ, ਤਾਂ ਹਰਿਮੰਦਰ ਸਾਹਿਬ ਅੰਦਰ ਬੈਠਾ ਭਾਈ ਕਿਰਪਾਨ ਨਾਲ 3 ਹਿੱਸੇ ਪ੍ਰਸ਼ਾਦ ਵੱਢ ਕੇ ਪਰਾਤ ਵਿੱਚ ਸੁੱਟ ਲੈਂਦਾ ਹੈ ਤੇ ਚੌਥਾ ਹਿੱਸਾ ਪ੍ਰਸ਼ਾਦ ਦਾ ਡੂਨਾ ਚੜਾਉਣ ਵਾਲੇ ਦੇ ਹੱਥ ਫੜਾ ਦਿੰਦਾ ਹੈ। ਇੱਥੇ ਵੀ ਇਸੇ ਤਰ੍ਹਾਂ ਹੀ ਹੋਣਾ ਹੈ। ਨਤੀਜਾ ਉਸਦੀ ਮੌਤ ਤੇ ਮੌਤ ਤੋਂ ਕੁਝ ਦਿਨ ਪਹਿਲਾਂ ਪਾਗਲਪਣ ਵਿੱਚ ਨਿਕਲਿਆ। ਉਹ ਜਦੋਂ ਵੀ ਕੋਈ ਗੱਲ ਕਰਦਾ 76% ਵਿੱਚ ਜ਼ਰੂਰ ਕਹਿੰਦਾ, ਬਸ 76% ਕਰਦਾ ਹੀ ਉਹ ਚੱਲ ਵਸਿਆ।
किसान ते इस तरह दियां औलियां ते मानसिक दबाव कोई एक वार नहीं आया। देश आज़ाद होने तो बाद किसान बहुत वारी इन्हां विचों लंघिया है। ਜਦੋਂ ਪੰਜਾਬ ਵਿੱਚ ਮੁਰੱਬੇਬੰਦੀ ਹੋਈ ਤਾਂ ਜ਼ਮੀਨ ਨੂੰ ਇੱਕ ਥਾਂ ਤੇ ਇਕੱਠੀ ਕਰਨ ਦਾ ਫਾਰਮੂਲਾ ਇਹ ਸੀ ਕਿ ਕਿਸਾਨ ਦਾ ਜਿੱਥੇ ਵੱਡਾ ਟੁਕੜਾ ਹੋਵੇ, ਜਿਸ ਨੂੰ ਵੱਡਾ ਟੁਕੜਾ ਕਹਿੰਦੇ ਹਨ, ਬਾਕੀ ਦੇ ਛੋਟੇ-ਛੋਟੇ ਟੁਕੜੇ ਵੀ ਉਸ ਦੇ ਨਾਲ ਲਾ ਦਿੱਤੇ ਜਾਣ ਤੇ ਉਸ ਦਾ ਇੱਕ ਹੀ ਕੁਰਾ ਬਣਾ ਦਿੱਤਾ ਜਾਵੇ। ਦੂਰੋਂ ਲਿਆਉਣ ਵਾਲੇ ਛੋਟੇ-ਛੋਟੇ ਟੁਕੜਿਆਂ ਨੂੰ ਫਲੋ ਹੋ ਕੇ ਅਰਥਾਤ ਉੱਡ ਕੇ ਆਉਣ ਵਾਲੇ ਟੁਕੜੇ ਕਿਹਾ ਜਾਂਦਾ ਸੀ। ਇੱਕ ਕਿਸਾਨ ਦਾ ਜਦੋਂ ਇੱਕ ਕੁਰਾ ਬਣ ਗਿਆ ਤਾਂ ਉਸਨੇ ਪੁੱਛਿਆ ਕਿ ਮੇਰੀ ਰੋਹੀ ਵਾਲੀ ਜ਼ਮੀਨ ਹੁਣ ਕਿੱਥੇ ਹੈ? ਤਹਿਸੀਲਦਾਰ ਨੇ ਕਿਹਾ, ਬਾਬਾ ਉਹ ਫਲੋਨ ਹੋ ਗਈ ਹੈ ਤੇ ਤੇਰੇ ਮਾਰੂ ਜ਼ਮੀਨ ਵਾਲੇ ਖੱਤਿਆਂ ਨਾਲ ਜਾ ਲੱਗੀ ਹੈ। ਉਹ ਗਰੀਬ ਕਿਸਾਨ ਦੀ ਰੋਹੀ ਵਾਲੀ ਜ਼ਮੀਨ ਹੀ ਉਸਦੇ ਘਰ ਦਾ ਗੁਜ਼ਾਰਾ ਚਲਾਉਂਦੀ ਸੀ। ਮਾਰੂ ਵਾਲੀ ਜ਼ਮੀਨ ਵਿੱਚ ਤਾਂ ਸਿਰਫ ਮੋਠ ਤੇ ਗਵਾਰਾ ਹੀ ਹੁੰਦਾ ਸੀ, ਇਸ ਲਈ ਉਸਨੂੰ ਮਾਨਸਿਕ ਧੱਕਾ ਤਾਂ ਲੱਗਣਾ ਹੀ ਸੀ। ਉਹ ਕਿਸਾਨ ਦਿਮਾਗੀ ਤੌਰ ਤੇ ਇੰਨਾ ਹਿੱਲ ਗਿਆ ਕਿ ਜੇ ਉਸਨੂੰ ਕੋਈ ਪੁੱਛੇ ਕਿ ਬਾਬਾ ਜੀ ਤੁਹਾਡਾ ਨਾਂ ਕੀ ਹੈ ਤਾਂ ਉਹ ਕਹਿੰਦਾ ਫਲੋਨ। ਜੇ ਕੋਈ ਪੁੱਛਦਾ ਬਾਬਾ ਕਿੱਥੋਂ ਆਇਆ ਹੈ ਤਾਂ ਉਹ ਜਵਾਬ ਦਿੰਦਾ ਫਲੋਨ। ਤੇ ਉਸਨੇ ਬਾਕੀ ਦੀ ਸਾਰੀ ਜ਼ਿੰਦਗੀ ਇਸੇ ਹੀ ਹਾਲਤ ਵਿੱਚ ਕੱਟੀ। ਇਸ ਉਪਰੋਕਤ ਸਾਰੀ ਗੱਲ ਨੂੰ ਰੋਣਾ ਧੋਣਾ ਨਾ ਸਮਝਿਆ ਜਾਵੇ, ਸਗੋਂ ਉਹ ਕਾਰਨ ਸਨ ਜਿਨ੍ਹਾਂ ਕਰਕੇ ਲੋਕ ਸੰਤ ਜਰਨੈਲ ਸਿੰਘ ਦੀਆਂ ਹੱਕੀ ਗੱਲਾਂ ਨਾਲ ਸਹਿਮਤ ਹੋਏ ਸਨ ਤੇ ਧਰਮ ਯੁੱਧ ਮੋਰਚੇ ਵਿੱਚ ਕੁੱਦੇ ਸਨ। ਇਸ ਸੰਘਰਸ਼ ਵਿੱਚ ਲਗਭਗ ਹਰ ਵਰਗ ਦੇ ਸਿੱਖਾਂ ਨੇ ਹਿੱਸਾ ਲਿਆ ਹੈ। ਇਹ ਪਹਿਲਾ ਮੌਕਾ ਸੀ ਜਦੋਂ ਪੇਂਡੂ, ਸ਼ਹਿਰੀ, ਅਮੀਰ, ਗਰੀਬ, ਪੜ੍ਹਿਆ ਲਿਖਿਆ, ਅਨਪੜ੍ਹ, ਕਲਰਕ, ਅਫਸਰ, ਫੌਜੀ ਤੇ ਰਿਕਸ਼ਾ ਚਲਾਉਣ ਵਾਲੇ ਸਿੱਖ ਤੱਕ ਨੇ ਮੋਰਚੇ ਵਿੱਚ ਭਾਗ ਲਿਆ। ਹਰ ਇੱਕ ਦੀ ਆਪਣੀ ਆਪਣੀ ਸਮੱਸਿਆ ਸੀ। ਇਹ ਬਿਲਕੁਲ ਉਸੇ ਤਰ੍ਹਾਂ ਹੀ ਹੈ ਜਿਵੇਂ ਅੱਜ ਕੱਲ੍ਹ TV ਸੀਰੀਅਲ ਕਹਾਣੀ ਘਰ ਘਰ ਕੀ ਅਤੇ ਇਸ ਤੋਂ ਪਹਿਲਾਂ ਆਉਣ ਵਾਲਾ ਇੱਕ ਸੀਰੀਅਲ ਦਾਸਤਾਨ ਸੀ। ਇਹ ਵੀ ਸਿੱਖ ਜਗਤ ਦੇ ਘਰ ਘਰ ਦੀ ਦਾਸਤਾਨ ਹੈ। ਹਰ ਇੱਕ ਦੀ ਆਪਣੀ ਆਪਣੀ ਸਮੱਸਿਆ ਸੀ। ਸੰਤ ਜਰਨੈਲ ਸਿੰਘ ਕਹਿੰਦੇ ਸਨ, ਜੇ ਗੁੱਲੀ ਰਾਮ ਤੇ ਛੱਜੂ ਮੱਲ ਦਾ ਨਿਆਣਾ ਰਾਤ ਨੂੰ 11:03 ਤੇ ਜੰਮੇ ਤੇ ਪਹਿਲੀ ਵਾਰੀ ਉਆਂ ਕਰੇ ਤਾਂ ਉਸ ਵੇਲੇ ਹੀ ਆਪਣੇ ਪਿਓ ਦੀ ਜਾਇਦਾਦ ਦਾ ਹਿੱਸੇਦਾਰ ਬਣ ਜਾਂਦਾ ਹੈ। ਪਰ ਸਿੱਖ ਦਾ ਪੁੱਤ 21 ਸਾਲਾਂ ਦਾ ਹੋਵੇ ਤਾਂ ਫਿਰ ਉਹਨੂੰ ਇਹ ਹੱਕ ਪ੍ਰਾਪਤ ਹੁੰਦਾ ਹੈ। ਫਿਰ ਸਿੱਖ ਹਿੰਦੂ ਕਿਵੇਂ ਹੋਏ? ਲਓ, ਇਹ ਉਹ ਸਵਾਲ ਹੈ ਜਿਸ ਦਾ ਅੱਜ ਤੱਕ ਕਿਸੇ ਸੁਪਰੀਮ ਕੋਰਟ ਦੇ ਜੱਜ ਕੋਲੋਂ ਵੀ ਕੋਈ ਉੱਤਰ ਨਹੀਂ ਦਿੱਤਾ ਗਿਆ ਤੇ ਨਾ ਹੀ ਭਾਰਤ ਦੇ ਕਿਸੇ ਹਿੰਦੂ ਕੋਲ ਇਸ ਦਾ ਉੱਤਰ ਹੈ। ਪਰ ਇਹ ਕੇਸ ਮੇਰੇ ਹੱਡਾਂ ਨਾਲ ਵਾਪਰਿਆ ਹੈ, ਇਸ ਲਈ ਜਿੰਨਾ ਚੰਗਾ ਵਿਚਾਰ ਮੈਂ ਪਾਠਕਾਂ ਨਾਲ ਸਾਂਝਾ ਕਰ ਸਕਦਾ ਹਾਂ ਉਨਾ ਸ਼ਾਇਦ ਕੋਈ ਹੋਰ ਨਾ ਕਰ ਸਕਦਾ ਹੋਵੇ। ਜਿਸ ਦੇ ਪੈਰ ਨਾ ਫੱਟੀ ਬਿਆਈ, ਉਹ ਕੀ ਜਾਣੇ ਪੀੜ ਪਰਾਈ। ਕਿਸੇ ਨੇ ਘਰ ਦੇ ਦਰਵਾਜ਼ੇ ਲਾਗੇ ਬੱਧੇ ਹੋਏ ਬੋਲਦ ਬਾਰੇ ਉਸਦੀ ਮਾਲਕਣ ਮਾਈ ਨੂੰ ਪੁੱਛਿਆ, ਮਾਈ ਵੇੜਕਾ ਮਾਰਦਾ ਤਾਂ ਨਹੀਂ? ਉਸ ਕਿਹਾ, ਪੁੱਤ ਹੋਰ ਰੰਡੀ ਕਿਹਦੀ ਕੀਤੀ ਹੋਈ ਆ? ਮੈਂ ਆਪਣੀ ਜ਼ਿੰਦਗੀ ਦੇ ਕੀਮਤੀ 20 ਸਾਲ ਇਸ ਕਾਨੂੰਨੀ ਨੁਕਤੇ ਕਰਕੇ ਭੰਗ ਦੇ ਪਹਾੜੇ ਗਾਲੇ ਹਨ। ਹੋਇਆ ਇਸ ਤਰ੍ਹਾਂ ਕਿ ਜਦੋਂ ਲੈਂਡ ਸੀਲਿੰਗ ਐਕਟ 1953 ਬਣਿਆ ਤਾਂ ਜਿਨ੍ਹਾਂ ਜ਼ਿਮੀਂਦਾਰਾਂ ਦੀ ਜ਼ਮੀਨ ਜ਼ਿਆਦਾ ਸੀ ਉਹਨਾਂ ਮਰਦਿਆਂ ਨੇ ਵਾਧੂ ਜ਼ਮੀਨ ਆਪਣੇ ਤਬਾਰੀ ਨੌਕਰਾਂ ਤੇ ਸੀਰੀਆਂ ਦੇ ਨਾਂ ਲਵਾ ਦਿੱਤੀ ਤੇ ਕੁਝ ਮਾੜੇ ਮੋਟੇ ਜਿਹੇ ਅੰਗੂਠੇ ਕਾਗਜ਼ਾਂ ਤੇ ਲਵਾ ਕੇ ਆਪਣੇ ਕੋਲ ਰੱਖ ਲਏ। ਫਿਰ ਉਹਨਾਂ ਹੌਲੀ ਹੌਲੀ ਕੁਝ ਜ਼ਮੀਨਾਂ ਵਿੱਚੋਂ ਵੇਚ ਲਈਆਂ ਤੇ ਵਿੱਚੋਂ ਕੁਝ ਨਾ ਕੁਝ ਪੈਸੇ ਆਪਣੇ ਇਤਬਾਰੀ ਸੀਰੀਆਂ ਨੂੰ ਵੀ ਦੇ ਦੂ ਛੱਡੇ। ਪਰ ਜਿਵੇਂ ਜਿਵੇਂ ਸੀਰੀ ਤੇ ਨੌਕਰਾਂ ਨੂੰ ਸੋਝੀ ਆਉਂਦੀ ਗਈ, ਉਹ ਆਪਣੇ ਨਾਂ ਲੱਗੀ ਜ਼ਮੀਨ ਦਾ ਹੱਕ ਮੰਗਣ ਲੱਗ ਪਏ। ਬਹੁਤਿਆਂ ਨੂੰ ਉਹ ਮਿਲ ਵੀ ਗਿਆ। ਕਈਆਂ ਮੁਜਾਰਿਆਂ ਨਾਲ ਦੇ ਦੁਆ ਕੇ ਰਾਜ਼ੀਨਾਮੇ ਹੋ ਗਏ ਤੇ ਕਈਆਂ ਕੇਸਾਂ ਵਿੱਚ ਜ਼ਮੀਨ ਦੇ ਮਾਲਕ ਆਪਣੇ ਮੁਜ਼ਾਰਿਆਂ ਦੇ ਇੰਨਾ ਥੱਲੇ ਲੱਗ ਗਏ ਕਿ ਜਦੋਂ ਮੁਜਾਰੇ ਦੀ ਕੁੜੀ ਦਾ ਵਿਆਹ ਹੁੰਦਾ ਤਾਂ ਜ਼ਿਮੀਂਦਾਰ ਕੁੜੀ ਦਾ ਮਾਮਾ ਬਣ ਕੇ ਸਾਰੀ ਨਾਨਕੀ ਛੱਕ ਲੈ ਕੇ ਜਾਂਦਾ, ਅਰਥਾਤ ਉਸ ਵਿਅਕਤੀ ਨੂੰ ਜਿਸ ਨੂੰ ਲੋਕ ਜ਼ਿਮੀਂਦਾਰ ਕਹਿੰਦੇ ਸਨ ਨੂੰ ਸਿਰਫ ਜ਼ਮੀਨ ਬਚਾਉਣ ਖਾਤਰ ਹੀ ਉਸ ਮੁਜਾਰੇ ਦਾ ਸਾਲਾ ਬਣਨਾ ਪੈਂਦਾ। ਇਹ ਰਿਵਾਜ ਕੁਝ ਕੁ ਹੱਦ ਤੱਕ ਹੁਣ ਵੀ ਹੈ। ਜਿਵੇਂ ਸਿਆਣੇ ਕਹਿੰਦੇ ਹਨ, ਜਦੋਂ ਹਵਾ ਵਗੇ ਤਾਂ ਉਹ ਚੂਹੇ ਦੀ ਖੁੱਡ ਵਿੱਚ ਵੀ ਲੱਗਦੀ ਹੈ। ਮੁਜਾਰਿਆਂ ਨੇ ਠੋਕ ਕੇ ਆਪਣੇ ਹਿੱਸੇ ਲਏ। ਕਈਆਂ ਨੇ ਬਾਗ ਲਾ ਲਏ ਤੇ ਇਸ ਤਰ੍ਹਾਂ ਦੇ ਦੁਆ ਕੇ ਬਚਾਅ ਕਰਨ ਵਿੱਚ ਸਫਲ ਹੋ ਗਏ। ਕਈਆਂ ਦੇ ਮੁਕੱਦਮੇ ਝਗੜਦਿਆਂ ਦੇ ਮੁੰਡੇ ਬਾਲਗ ਹੋ ਗਏ ਤੇ ਦੇ ਦੁਆ ਕੇ ਮਹਿਕਮਾ ਮਾਲ ਦੇ ਕਾਗਜ਼ਾਂ ਵਿੱਚ ਤਬਦੀਲੀ ਹੋ ਗਈ। ਇਹ ਸਾਰਾ ਕੁਝ ਜ਼ਿਆਦਾ ਮਾਲਵੇ ਵਿੱਚ ਹੋਇਆ।
ਹੁਣ ਕਮਿਊਨਿਸਟ ਤੇ ਹੋਰ ਐਵੇਂ ਬਕਵਾਸ ਕਰਦੇ ਹਨ ਕਿ ਪੰਜਾਬ ਵਿੱਚ ਅਜੇ ਵੀ ਵੱਡੇ ਮਾਲਕ ਹਨ ਤੇ ਜਾਗੀਰਦਾਰੀ ਪ੍ਰਬੰਧ ਅਜੇ ਵੀ ਹੈ। ਮਾਲਵੇ ਵਿੱਚ ਜਾਗੀਰਦਾਰੀ ਵਾਲੀ ਗੱਲ ਸ਼ਾਇਦ 1% ਵੀ ਨਹੀਂ ਬਲਕਿ ਹੈ ਹੀ ਨਹੀਂ। ਇਹ ਸਿਰਫ ਲੋਕਾਂ ਦਾ ਰੌਲਾ ਤੇ ਬਕਵਾਸ ਹੈ ਤੇ ਇਸ ਵਿੱਚ ਕੋਈ ਸੱਚਾਈ ਨਹੀਂ, ਕਿਉਂਕਿ ਇਸ ਐਕਟ ਤੋਂ ਬਾਅਦ 1972 ਵਾਲੇ ਐਕਟ ਦਾ ਵੀ ਛਾਨਣਾ ਲੱਗ ਚੁੱਕਾ ਹੈ। ਇਸ ਐਕਟ ਵਿੱਚ ਤਾਂ ਇਹ ਵੀ ਹੈ ਕਿ ਜੇ ਕੋਈ ਮੁਜ਼ਾਹਰਾ ਦੱਸ ਪਾਵੇ ਕਿ ਫਲਾਣੇ ਜ਼ਿਮੀਂਦਾਰ ਕੋਲ ਵੱਧ ਜ਼ਮੀਨ ਹੈ ਤਾਂ ਉਹ ਜ਼ਮੀਨ ਉਸ ਬੰਦੇ ਨੂੰ ਹੀ ਅਲਾਟ ਕਰ ਦਿੱਤੀ ਜਾਵੇਗੀ। ਲੋਕਾਂ ਨੇ ਬੜੀਆਂ ਸ਼ਿਕਾਇਤਾਂ ਕੀਤੀਆਂ ਤੇ ਇੱਥੋਂ ਤੱਕ ਕਿ ਪੁਰਾਣੇ ਗੱਡੇ ਮੁਰਦੇ ਵੀ ਉਖਾੜ ਸੁੱਟੇ। ਜੇ ਕਮਿਊਨਿਸਟਾਂ ਨੂੰ ਜਾਂ ਬਹੁਜਨ ਸਮਾਜ ਪਾਰਟੀ ਦੇ ਦਲਿਤਾਂ ਨੂੰ ਅਜੇ ਵੀ ਇਹ ਲੱਗਦਾ ਹੈ ਕਿ ਕਿਸੇ ਕੋਲ ਵਾਧੂ ਜ਼ਮੀਨ ਹੈ ਤਾਂ ਉਹ ਦਰਖਾਸਤ ਦੇ ਕੇ ਉਸ ਕੋਲੋਂ ਜ਼ਮੀਨ ਲੈ ਕਿਉਂ ਨਹੀਂ ਲੈਂਦੇ। ਇਹ ਐਵੇਂ ਸਟੇਜਾਂ ਤੇ ਹੀ ਭਾਸ਼ਣਬਾਜ਼ੀ ਹੈ, ਅਸਲੀਅਤ ਕੁਝ ਨਹੀਂ। ਹਾਂ, ਕੁਝ ਲੋਕਾਂ ਨੇ ਕਾਨੂੰਨ ਦੇ ਵਿੱਚ ਕੁਝ ਮਾਮੂਲੀ ਖਾਮੀਆਂ ਦਾ ਫਾਇਦਾ ਜ਼ਰੂਰ ਉਠਾਇਆ ਹੋਵੇਗਾ, ਜਿਹੜਾ ਕਿ ਉਹਨਾਂ ਦਾ ਹੱਕ ਹੈ ਤੇ ਕੋਈ ਵੀ ਉਹ ਹੱਕ ਖੋ ਨਹੀਂ ਸਕਦਾ। ਇਨਕਮ ਟੈਕਸ ਦਾ ਵੀ ਇਹ ਸੁਨਹਿਰਾ ਅਸੂਲ ਹੈ ਕਿ ਟੈਕਸ ਤੋਂ ਆਪਣਾ ਬਚਾਅ ਕਰਨਾ ਹਰ ਵਿਅਕਤੀ ਦਾ ਕਾਨੂੰਨੀ ਤੇ ਇਖਲਾਕੀ ਅਧਿਕਾਰ ਹੈ। 1972 ਵਾਲੇ ਐਕਟ ਵਿੱਚ ਇੱਕ ਫਸਲੀ ਜ਼ਮੀਨ ਵੱਧ ਰੱਖੀ ਜਾ ਸਕਦੀ ਹੈ, 2 ਫਸਲਾਂ ਵਾਲੀ ਘੱਟ। ਐਸਾ ਕਿਸੇ ਨੇ 2 ਫਸਲਾਂ ਵਾਲੀ ਨੂੰ ਮਹਿਕਮਾ ਮਾਲ ਦੇ ਕਾਗਜ਼ਾਂ ਵਿੱਚ 1 ਫਸਲ ਵਾਲੀ ਕਰਵਾ ਕੇ ਕਚਾਨੀ ਮਾਰ ਲਈ ਹੋਵੇ ਤਾਂ ਵੱਖਰੀ ਗੱਲ ਹੈ, ਪਰ ਇਹ ਵੀ 2-4% ਤੋਂ ਵੱਧ ਨਹੀਂ ਹੋ ਸਕਦਾ। ਦੂਜਾ ਤਰੀਕਾ ਇਹ ਸੀ ਕਿ ਕਈਆਂ ਨੇ ਆਪਣੀ ਪਤਨੀ ਦੇ ਨਾਂ ਤੇ ਵਾਧੂ ਜ਼ਮੀਨ ਲਵਾ ਦਿੱਤੀ ਤੇ ਫਿਰ ਉਸ ਕੋਲੋਂ ਤਲਾਕ ਲੈ ਲਿਆ। ਇਹ ਕੇਸ ਵੀ 1% ਤੋਂ ਵੱਧ ਨਹੀਂ। ਇਹ ਜ਼ਿਆਦਾਤਰ ਮਾਝੇ ਅਤੇ ਦੁਆਬੇ ਵਿੱਚ ਹੋਇਆ ਹੈ, ਕਿਉਂਕਿ ਇੱਥੇ ਸੀਰੀ ਤੇ ਜੱਦੀ ਪੁਸ਼ਤੀ ਨੌਕਰਾਂ ਦਾ ਰਿਵਾਜ ਨਹੀਂ। ਇਸ ਤਰ੍ਹਾਂ ਦੇ ਇੱਕ ਕੇਸ ਨੇ ਕਾਫੀ ਤਰਥੱਲੀ ਮਚਾਈ ਸੀ। ਸਰਦਾਰ ਬਲਬੀਰ ਸਿੰਘ ਚੰਦੀ ਜਲੰਧਰ ਜ਼ਿਲ੍ਹਾ ਅਟਾਰਨੀ ਦੇ ਅਹੁਦੇ ਤੋਂ ਤਰੱਕੀ ਲੈ ਕੇ ਚੰਡੀਗੜ੍ਹ ਡਿਪਟੀ ਡਾਇਰੈਕਟਰ ਪ੍ਰਾਸੀਕਿਊਸ਼ਨ ਲੱਗੇ ਤਾਂ ਇੱਕ ਹੋਰ ਜ਼ਿਲ੍ਹਾ ਅਟਾਰਨੀ ਨੇ ਵੀ ਇਸ ਅਹੁਦੇ ਵਾਸਤੇ ਹੱਕ ਜਤਾਇਆ। ਬਲਬੀਰ ਸਿੰਘ ਚੰਦੀ ਪਛੜੇ ਵਰਗ ਨਾਲ ਸੰਬੰਧਿਤ ਸਨ ਤੇ ਉਸ ਦੂਸਰੇ ਅਫਸਰ ਨੇ ਕਿਹਾ ਕਿ ਮੈਂ ਵੀ ਕਿਉਂਕਿ ਜੱਟ ਸਿੱਖ ਤੋਂ ਆਪਣਾ ਧਰਮ ਬਦਲ ਕੇ ਈਸਾਈ ਬਣ ਗਿਆ ਹਾਂ, ਇਸ ਲਈ ਮੈਂ ਵੀ ਪਛੜੇ ਵਰਗ ਵਿੱਚ ਆਉਂਦਾ ਹਾਂ। ਸਿਆਪਾ ਇੱਥੇ ਵੀ ਵਾਧੂ ਜ਼ਮੀਨ ਦਾ ਹੀ ਸੀ। ਉਸ ਅਫਸਰ ਨੇ ਆਪਣਾ ਧਰਮ ਬਦਲ ਕੇ ਆਪਣੀ ਪਤਨੀ ਦੇ ਨਾਂ ਪਹਿਲਾਂ ਦੀ ਹੀ ਲੱਗੀ ਹੋਈ ਜ਼ਮੀਨ ਨੂੰ ਬਚਾਉਣ ਲਈ ਰਜ਼ਾਮੰਦੀ ਨਾਲ ਤਲਾਕ ਦੇ ਦਿੱਤਾ ਤੇ ਨਾਲੇ ਉਹ ਈਸਾਈ ਬਣ ਜਾਣ ਕਰਕੇ ਪਛੜੇ ਵਰਗ ਦਾ ਵੀ ਬਣ ਗਿਆ। ਇਹ ਦੋਵੇਂ ਹੀ ਵਕੀਲ ਸਨ। ਸੱਪ ਨੂੰ ਸੱਪ ਲੜੇ, ਜ਼ਹਿਰ ਕਿਹਨੂੰ ਚੜੇ ਵਾਲੀ ਗੱਲ ਹੋਈ। ਬਲਬੀਰ ਸਿੰਘ ਚੰਦੀ ਜਲੰਧਰ ਆਇਆ ਤਾਂ ਮੈਂ ਉਸਨੂੰ ਆਪਣੇ ਇੱਕ ਵਾਕਫ ਈਸਾਈਆਂ ਦੇ ਬਿਸ਼ਪ ਕੋਲ ਲੈ ਗਿਆ। ਬਿਸ਼ਪ ਸਾਹਿਬ ਨੇ ਦੱਸਿਆ ਕਿ ਕੋਈ ਵੀ ਬੰਦਾ ਸਾਡੇ ਧਰਮ ਵਿੱਚ ਬਪਤਿਸਮਾ ਲੈ ਕੇ ਹੀ ਈਸਾਈ ਬਣ ਸਕਦਾ ਹੈ ਤੇ ਇਹ ਬਪਤਿਸਮਾ ਚੱਲਦੇ ਪਾਣੀ ਵਿੱਚ ਹੀ ਦਿੱਤਾ ਜਾ ਸਕਦਾ ਹੈ। ਲਓ ਜੀ, ਫਾਈਲ ਦੁਬਾਰਾ ਪੜ੍ਹੀ ਗਈ ਕਿ ਬਪਤਿਸਮਾ ਕਿੱਥੇ ਚੱਲਦੇ ਪਾਣੀ ਵਿੱਚ ਦਿੱਤਾ ਗਿਆ ਸੀ ਤਾਂ ਇਹ ਇੱਕ ਨਹਿਰ ਵਿੱਚ ਲਿਆ ਗਿਆ ਸੀ। ਜਦੋਂ ਨਹਿਰ ਵਿਭਾਗ ਕੋਲੋਂ ਪਤਾ ਕੀਤਾ ਤਾਂ ਉਹਨਾਂ ਆਪਣਾ ਰਿਕਾਰਡ ਵੇਖ ਕੇ ਦੱਸਿਆ ਕਿ ਨਹਿਰ ਦੀ ਉਹਨਾਂ ਦਿਨਾਂ ਵਿੱਚ ਬੰਦੀ ਸੀ ਤੇ ਪਾਣੀ ਚੱਲਦਾ ਨਹੀਂ ਸੀ। ਬਸ ਇੰਨੀ ਗੱਲ ਨਾਲ ਹੀ ਬਲਬੀਰ ਸਿੰਘ ਚੰਦੀ ਕੇਸ ਜਿੱਤ ਗਿਆ। ਉਸ ਦੂਜੇ ਵਕੀਲ ਵਿਚਾਰੇ ਨੂੰ ਤਰੱਕੀ ਨਾ ਮਿਲਣ ਦਾ ਨੁਕਸਾਨ ਤਾਂ ਹੋਇਆ ਹੀ, ਸਗੋਂ ਫਾਲਤੂ ਜ਼ਮੀਨ ਦਾ ਕੇਸ ਵੀ ਦੁਬਾਰਾ ਖੁੱਲ੍ਹ ਗਿਆ। ਕਮਿਊਨਿਸਟ ਤੇ ਬਹੁਜਨ ਸਮਾਜ ਪਾਰਟੀ ਵਾਲੇ ਅਜੇ ਵੀ ਸੁਣਾ ਕੇ ਆਖੀ ਜਾਂਦੇ ਹਨ ਕਿ ਜ਼ਿਮੀਂਦਾਰਾਂ ਕੋਲ ਬੜੀ ਜ਼ਮੀਨ ਵਾਧੂ ਹੈ ਤੇ ਪੰਜਾਬ ਵਿੱਚ ਜਾਗੀਰਦਾਰੀ ਪ੍ਰਬੰਧ ਅਜੇ ਵੀ ਕਾਇਮ ਹੈ। ਸੰਤ ਜਰਨੈਲ ਸਿੰਘ ਦੀ ਗੁੱਲੀ ਰਾਮ ਤੇ ਛੱਜੂ ਮੱਲ ਵਾਲੀ ਹਿੰਦੂ ਤੇ ਸਿੱਖ ਵਾਲੀ ਗੱਲ ਬਿਲਕੁਲ ਠੀਕ ਹੈ। ਇੱਥੇ ਮੈਂ ਆਪਣੀ ਇੱਕ ਗੱਲ ਦੱਸਦਾ ਹਾਂ ਜੋ ਸੰਤਾਂ ਦੀ ਗੱਲ ਨਾਲ ਮੇਲ ਖਾਂਦੀ ਹੈ। ਮੈਂ ਆਪਣੀ ਜ਼ਮੀਨ ਨੂੰ ਬਚਾਉਣ ਖਾਤਰ 1970 ਵਿੱਚ ਆਪਣੇ ਪਿਤਾ ਜੀ ਤੇ ਦਾਅਵਾ ਹੱਕ ਕੀਤਾ। ਦਾਅਵਾ ਕਰਕੇ ਜ਼ਮੀਨ ਆਪਣੀਆਂ 2 ਮਾਤਾਵਾਂ, ਆਪਣੇ ਬੇਟੇ, ਉਦੋਂ ਉਹ 2-3 ਮਹੀਨਿਆਂ ਦਾ ਹੀ ਸੀ, ਤੇ ਆਪਣੇ ਨਾਂ ਹੋਣ ਲਈ ਅਦਾਲਤ ਵਿੱਚ ਦਰਖਾਸਤ ਕੀਤੀ। ਇਹ ਅਸਾਂ ਹਿੰਦੂ ਸੰਯੁਕਤ ਪਰਿਵਾਰ ਦਾ ਸੰਵਿਧਾਨਕ ਅਧਿਕਾਰ ਵਰਤ ਕੇ ਦਾਇਰ ਕੀਤਾ। ਮੇਰੀਆਂ ਮਾਤਾਵਾਂ ਨੇ ਦਾਅਵਾ ਕੀਤਾ ਕਿ ਜਦੋਂ ਅਸੀਂ ਪਾਕਿਸਤਾਨ ਵਿੱਚੋਂ ਆਏ ਸੀ ਤਾਂ ਸਾਡੇ ਪਤੀ ਕੋਲ 1 ਫੁੱਟੀ ਕੌਡੀ ਵੀ ਨਹੀਂ ਸੀ। ਇਹਨਾਂ ਨੇ ਸਾਨੂੰ ਆਖਿਆ ਸੀ ਕਿ ਜੇ ਤੁਸੀਂ ਆਪਣੇ ਇਸਤਰੀ ਧਨ ਦੇ ਗਹਿਣੇ ਵੇਚ ਕੇ ਮੈਨੂੰ ਦੇ ਦਿਓ ਤਾਂ ਮੈਂ ਟਿਊਬਵੈੱਲ ਲਵਾ ਤੇ ਨਾਲੇ 2 ਜੋਗਾਂ ਬੋਲਦ ਲੈ ਕੇ ਵਾਹੀ ਸ਼ੁਰੂ ਕਰਾਂ। ਇਸ ਦੇ ਵੱਟੇ ਮੈਂ ਤੁਹਾਡੇ ਨਾਂ ਤੇ ਜ਼ਮੀਨ ਲਵਾ ਦਿਆਂਗਾ।
असां ते इन्हां दा आखा मन के गहने वेच के इन्हां नूं दे दित्ते, पर ਇਹ ਹੁਣ मुक्कर गए ਹਨ ਤੇ ਆਪਣਾ वादा पूरा नहीं करते। इस ਲਈ ਸਾਨੂੰ इस अदालत ਦਾ कुंडा खड़काउणा पिया है। ਸਾਨੂੰ ਜ਼ਮੀਨ ਦਿੱਤੀ ਜਾਵੇ। मेरा दावा भी ਸਿੱਧਾ ਸੀ कि मैं ਹੁਣ ਬਾਲਗ ਹਾਂ, ਮੈਨੂੰ मेरा हक मिले। नाले ਇਹ ਸਾਂਝੇ ਪਰਿਵਾਰ ਦੀ ਜ਼ਮੀਨ है, ਸਾਡੇ ਵੱਡੇ ਵਡੇਰਿਆਂ ਤੋਂ ਤੁਰੀ ਆਉਂਦੀ ਹੈ। मेरा ਪਿਓ ਤਾਂ ਸਿਰਫ ਇਸ ਦਾ ਪ੍ਰਬੰਧਕ ਹੀ है। ਛੋਟੇ ਮੁੰਡੇ ਦਾ केस भी यह सी कि वह जम्मण सार ही जद्दी जायदाद का हकदार है। सानू पिता पुरखी जायदाद का हिस्सा मिलना चाहिए है। उदों सरदार भगवान सिंह सब जज सन। उन्होंने मुकदमा पढ़िया तो उन्हों दी अखां विच अथरू आ गए। बड़े भावुक हो के कहन लगे, सिक्खी हुण बहुता चिर नहीं बचनी। मैं समझदा हाँ कि सिख सिख हो के भी हिंदू होण दा हक क्यों ਚੱਬਣ लगे हैं, पर हुण इन्हां कोल होर कोई चारा भी ते नहीं। जे अपने आप नूं इह हिंदू नहीं कहिंदे तां जमीन जांदी है, ते जे हिंदू कहिंदे हन तां सिੱਖੀ जांदी है। जमीन वट्टे सिੱਖੀ रखनी इन्हां लई बड़ा महंगा सौदा है। ਇਹ विचारे तां वाही तो बिना होर कोई धंधा भी नहीं जाणदे। इन्हां किहड़ा हिंदुआं वांग पकौड़े तल के रोटी कमा लैणी है। सब जज साहिब दी यह अत संवेदनशील ते भावुक टिप्पणी सुन के साडा जी करे कि असी भुब्बा मार मार के रोईए। 10 पीढ़ियां तो सिख चलिया आउंदा परिवार अज हिंदू दे दरबार विच सिख तो हिंदू बनन लई अर्ज गुजार रहा सी ते ललकड़ियां कढ रहा सी। कोई दस्से कि हेठली उत्ते होर किद्दां आउंदी है। एक पत्नी दे हुंदियां कोई दूजा विआह नहीं करवा सकता। इसका जवाब भी असां लभ लिया सी कि हिंदू मैरिज एक्ट बाद विच बनिया है। 2 विआह अंग्रेज़ दे राज वेले दे होए हन, जदों कि हिंदू मैरिज एक्ट होंद विच नहीं सी आया। खैर जी, डिग्री हो गई, साडी जमीन वंडी गई। यह डिग्री सन 1970 विच होई सी। 1971 विच नाले तां खेती वाली जमीन ते वैल्थ टैक्स ते होर टैक्स लगन दा कानून आ गया ते 1971 विच ही मेरे पिता जी भी चल वसे। जेड़ा हिस्सा मेरे पिता जी दे नां बचदा सी ओह असां वसीयत बना के आपस विच वंड लिया ते जमीन वेच दित्ती। सो अज असीं यह किताब इत्थों तक ही पढ़ांगे। धन्नवाद जी। वाहिगुरू जी का खालसा, वाहिगुरू जी की फतेह।